ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਉਡਾਨ ਇੰਸਟੀਚਿਊਟ ਬਠਿੰਡਾ ਦੇ ਵਿੱਚ। ਅੱਜ ਅਸੀਂ ਹਿਸਟਰੀ ਦੀ ਇਸ ਦੂਸਰੀ ਕਲਾਸ ਦੇ ਵਿੱਚ ਆਪਦੇ ਸਬਜੈਕਟ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਕੱਲ ਦੇ ਲੈਕਚਰ ਦੇ ਵਿੱਚ ਅਸੀਂ ਹਿਸਟਰੀ ਨਾਲ ਜਾਣ ਪਛਾਣ ਕੀਤੀ ਸੀ, ਜਿਸ ਦੇ ਵਿੱਚ ਇਹ ਸ਼ਬਦ ਕਿੱਥੋਂ ਆਏ, ਹਿਸਟਰੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ, ਇੰਡੀਅਨ ਹਿਸਟਰੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ, ਕਿਸ ਤਰ੍ਹਾਂ ਇਤਿਹਾਸ ਦੇ ਵਿੱਚ ਡੇਟਸ ਨੂੰ ਵੰਡਿਆ ਜਾਂਦਾ, ਗ੍ਰੇਗੋਰੀਅਨ ਕੈਲੰਡਰ ਦੀ ਵਰਤੋਂ ਕਰਕੇ ਅਸੀਂ ਆਪਦੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਵਗੈਰਾ ਵਗੈਰਾ ਕਈ ਸਾਰੀਆਂ ਜਾਣਕਾਰੀਆਂ ਲਿੱਤੀਆਂ ਸੀ। ਫਿਰ ਅਸੀਂ ਮਾਸਟਰ ਕੇਡਰ ਤੇ ਟੈਟ ਦੇ ਪੁਆਇੰਟ ਆਫ ਵਿਊ ਤੇ ਸਿਲੇਬਸ ਨੂੰ ਵੀ ਡਿਸਕਸ ਕੀਤਾ ਸੀ। ਇਹ ਸਾਡਾ ਲੈਕਚਰ ਮਾਸਟਰ ਕੇਡਰ ਨੂੰ ਮੁੱਖ ਰੱਖ ਕੇ ਬਣਾਇਆ ਜਾ ਰਿਹਾ। ਟੈਟ ਚਾਹੇ ਉਹ ਪੰਜਾਬ ਟੈਟ ਹੋਵੇ ਜਾਂ ਸੀ ਟੈਟ ਹੋਵੇ, ਉਹਦੇ ਲਈ ਵੀ ਇਹ ਬਹੁਤ ਇੰਪੋਰਟੈਂਟ ਲੈਕਚਰ ਹੈ। ਤਾਂ ਸਾਡੇ ਸਿਲੇਬਸ ਦੀ ਜਿਹੜੀ ਅਸੀਂ ਸ਼ੁਰੂਆਤ ਕਰਾਂਗੇ, ਉਹ ਅਸੀਂ ਗੱਲ ਕਰੀਏ ਤਾਂ ਅਸੀਂ ਇੰਡੀਅਨ ਹਿਸਟਰੀ ਤੋਂ ਹੀ ਕਰਾਂਗੇ। ਇੰਡੀਅਨ ਹਿਸਟਰੀ ਟੈਟ ਤੇ ਮਾਸਟਰ ਕੇਡਰ ਦੋਨੋਂ ਪੇਪਰਾਂ ਲਈ ਇਹ ਸਿਲੇਬਸ ਹੈ, ਜਿਵੇਂ ਕਿ ਟੈਟ 'ਚ ਪੰਜਾਬ ਹਿਸਟਰੀ ਜਾਂ ਵਰਲਡ ਹਿਸਟਰੀ ਨਹੀਂ ਹੈ। ਇੰਡੀਅਨ ਹਿਸਟਰੀ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ 3 ਪਾਰਟਸ ਦੇ ਵਿੱਚ ਹਿਸਟਰੀ ਨੂੰ ਵੰਡਿਆ ਜਾਂਦਾ, ਤਾਂ ਕਿ ਤੁਸੀਂ ਸੌਖਿਆਂ ਹਿਸਟਰੀ ਨੂੰ ਸਮਝ ਸਕੋ। ਤਾਂ ਉਹ 3 ਪਾਰਟਸ ਕਿਹੜੇ ਨੇ? ਸਭ ਤੋਂ ਪਹਿਲਾਂ ਏਂਸ਼ੀਐਂਟ ਹਿਸਟਰੀ ਜੀ, ਠੀਕ ਹੈ ਜੀ। ਫਿਰ ਹੈ ਜੀ ਮੈਡੀਵਲ ਹਿਸਟਰੀ ਜੀ। ਫਿਰ ਹੈ ਜੀ ਮਾਡਰਨ ਹਿਸਟਰੀ ਜੀ। ਪ੍ਰਾਚੀਨ ਭਾਰਤ ਦਾ ਇਤਿਹਾਸ, ਮੱਧਕਾਲੀਨ ਭਾਰਤ ਦਾ ਇਤਿਹਾਸ ਤੇ ਆਧੁਨਿਕ ਭਾਰਤ ਦਾ ਇਤਿਹਾਸ। ਇਸ ਸਮੇਂ ਦੀ ਵੰਡ ਆ ਜਿਹੜੀ, ਜਦੋਂ ਤੁਸੀਂ ਪ੍ਰਾਚੀਨ ਭਾਰਤ ਦੇ ਇਤਿਹਾਸ ਦੀ ਗੱਲ ਕਰੋਗੇ ਤਾਂ ਇਹਦੀ ਸ਼ੁਰੂਆਤ ਵੈਸੇ ਤਾਂ ਅਲੱਗ-ਅਲੱਗ ਇਤਿਹਾਸਕਾਰ ਅਲੱਗ-ਅਲੱਗ ਦਿੰਦੇ ਨੇ, ਹਨਾ। ਕੋਈ 2.5 ਮਿਲੀਅਨ ਤੋਂ ਕਹਿ ਰਿਹਾ, ਕੋਈ ਕਿਸ ਤਰ੍ਹਾਂ। ਤਾਂ ਆਪਾਂ ਇਹਨੂੰ ਸੌਖਿਆਂ ਸਮਝਣ ਲਈ ਗੱਲ ਕਰਾਂਗੇ ਕਿ ਅਨਨੋਨ ਟੂ 712 AD ਤੱਕ ਦਾ ਜਿਹੜਾ ਸਮਾਂ, ਉਹਨੂੰ ਅਸੀਂ ਪ੍ਰਾਚੀਨ ਭਾਰਤ ਦਾ ਇਤਿਹਾਸ ਕਹਿੰਦੇ ਹਾਂ। ਮੈਡੀਵਲ ਦੇ ਵਿੱਚ ਤੁਸੀਂ ਮੰਨ ਕੇ ਚਲੋ ਕਿ 713 ਤੋਂ 1707 AD ਦਾ ਜਿਹੜਾ ਸਮਾਂ ਜੀ, ਇਹਨੂੰ ਅਸੀਂ ਮੈਡੀਵਲ ਇਤਿਹਾਸ ਕਹਿੰਦੇ ਹਾਂ, ਮੱਧਕਾਲੀਨ ਭਾਰਤ ਦਾ ਇਤਿਹਾਸ ਕਹਿੰਦੇ ਹਾਂ। ਤੇ ਮਾਡਰਨ ਦੀ ਗੱਲ ਕਰੀਏ ਜੀ, ਤਾਂ ਤੁਸੀਂ ਮੰਨ ਲਓ ਕਿ 1708 ਤੋਂ ਲੈ ਕੇ 1947 ਤੱਕ ਦਾ ਜਿਹੜਾ ਸਮਾਂ, ਆਜ਼ਾਦੀ ਤੱਕ ਦਾ ਸਮਾਂ, ਉਹਨੂੰ ਅਸੀਂ ਮਾਡਰਨ ਹਿਸਟਰੀ ਦਾ ਇਤਿਹਾਸ ਕਹਿੰਦੇ ਹਾਂ। ਇਸ ਤੋਂ ਬਾਅਦ ਦਾ ਜਿਹੜਾ ਇਤਿਹਾਸ ਉਹਨੂੰ ਕੰਟੈਂਪਰੇਰੀ ਹਿਸਟਰੀ ਕਿਹਾ ਜਾਂਦਾ, ਮਤਲਬ ਕਿ ਜਿਸ ਦੇ ਵਿੱਚ ਐਮਰਜੈਂਸੀ ਲਾ ਲਓ ਤੁਸੀਂ, ਵਾਰਸ ਹੋਈਆਂ ਨੇ, 71 ਦੀ ਜੰਗ ਆ, 65 ਦੀ ਆ, 62 ਦੀ ਆ, ਉਹਨਾਂ ਨੂੰ ਕੰਟੈਂਪਰੇਰੀ ਹਿਸਟਰੀ ਕਿਹਾ ਜਾਂਦਾ। ਤਾਂ ਕੰਟੈਂਪਰੇਰੀ ਹਿਸਟਰੀ ਸਾਡੇ ਸਿਲੇਬਸ 'ਚ ਨਹੀਂ ਹੈ। ਇਹ 3 ਪ੍ਰਮੁੱਖ ਜਿਹੜੇ ਹਿੱਸੇ ਨੇ, ਪਾਰਟਸ ਨੇ ਸਾਡੀ ਹਿਸਟਰੀ ਦੇ, ਉਹਨਾਂ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਹੁਣ ਤੁਸੀਂ ਇਹਨਾਂ ਤਿੰਨਾਂ ਦੇ ਵਿੱਚ ਇੱਕ ਗੱਲ ਤਾਂ ਹੈ ਕਿ ਪਾਰਟਸ ਬਣਾਏ ਕਿਉਂ ਗਏ? ਉਹਦਾ ਕਾਰਨ ਇਹ ਹੈ ਕਿ ਤਾਂ ਕਿ ਤੁਸੀਂ ਸੌਖਿਆਂ ਇਤਿਹਾਸ ਨੂੰ ਸਮਝ ਸਕੋ, ਹਿਸਟਰੀ ਨੂੰ ਸਮਝ ਸਕੋ, ਵਰਗ ਵੰਡ ਹੋ ਜੇ। ਜਦੋਂ ਕਈ ਵਾਰੀ ਜ਼ਿਆਦਾ ਕੰਮ ਹੋ ਜਾਂਦਾ ਤਾਂ ਜਦੋਂ ਉਹਨੂੰ ਟੋਟਿਆਂ 'ਚ ਵੰਡ ਲੈਂਦੇ ਆ ਤਾਂ ਉਹ ਸੌਖਿਆਂ ਸਮਝ ਆ ਜਾਂਦਾ, ਸਾਨੂੰ ਸੌਖਿਆਂ ਅਸੀਂ ਉਹਨੂੰ ਕਰ ਪਾਉਂਦੇ ਆ। ਤਾਂ ਕਰਕੇ ਸਾਡੇ ਵਿਦਵਾਨਾਂ ਨੇ ਹਿਸਟਰੀ ਨੂੰ 3 ਪਾਰਟਸ ਦੇ ਵਿੱਚ ਵੰਡਤਾ। ਪਰ ਸੋਚਣ ਵਾਲੀ ਗੱਲ ਇਹ ਆ ਕਿ ਅਨਨੋਨ ਟੂ 712, 713 ਤੋਂ 1707 ਤੇ 1708 ਤੋਂ 1947, ਇਹ ਟਾਈਮ ਪੀਰੀਅਡ, ਇਸੇ ਟਾਈਮ ਪੀਰੀਅਡ ਤੇ ਕਿਉਂ ਏਂਸ਼ੀਐਂਟ, ਮੈਡੀਵਲ ਜਾਂ ਮਾਡਰਨ ਦੀ ਗੱਲ ਕੀਤੀ ਗਈ ਹੈ? ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਇਹ ਸਮਝਣ ਲਈ ਅਸੀਂ ਇੱਕ ਨਕਸ਼ੇ ਦੀ ਜਿਹੜੀ ਹੈਗੀ ਆ ਮਦਦ ਲਵਾਂਗੇ, ਤਾਂ ਕਿ ਤੁਸੀਂ ਅੱਛੇ ਤਰੀਕੇ ਨਾਲ ਇਸ ਕਨਸੈਪਟ ਨੂੰ ਸਮਝ ਸਕੋ। ਤਾਂ ਇਸ ਨੂੰ ਸਮਝਣ ਲਈ ਅਸੀਂ ਦੇਖੋ ਜੀ, ਕੀ ਆ ਕਿ ਸੌਖਿਆਂ ਸਮਝਣ ਲਈ ਵਰਗ ਵੰਡ ਤਾਂ ਕਰਤੀ, ਪਰ ਵਰਗ ਵੰਡ ਦਾ ਕੋਈ ਆਧਾਰ, ਕੋਈ ਬੇਸ ਆ ਜਿਹੜੇ ਆਧਾਰ ਤੇ ਵਰਗ ਵੰਡ ਕੀਤੀ ਗਈ। ਤਾਂ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਗੱਲ ਕਰਾਂਗੇ ਏਂਸ਼ੀਐਂਟ ਹਿਸਟਰੀ ਦੀ, ਪ੍ਰਾਚੀਨ ਭਾਰਤ ਦੇ ਇਤਿਹਾਸ ਦੀ ਗੱਲ ਕਰਾਂਗੇ, ਜਿਹੜਾ ਕਿ ਅਨਨੋਨ ਸਮੇਂ ਤੋਂ 712 ਤੱਕ ਦਾ ਸਮਾਂ। ਇਹਨਾਂ ਦੀ ਵਰਗ ਵੰਡ ਕਰਨ ਦੇ ਵਿੱਚ ਕਈ ਸਾਰੇ ਫਾਰਮੂਲੇਜ਼ ਕੰਮ ਕਰਦੇ ਨੇ। ਉਹਨਾਂ ਚੋਂ ਪਹਿਲੇ ਦੀ ਗੱਲ ਕਰਦੇ ਹਾਂ। ਦੇਖੋ, ਪ੍ਰਾਚੀਨ ਭਾਰਤ ਦੇ ਵਿੱਚ ਤੁਸੀਂ ਨਕਸ਼ੇ ਦੇ ਵਿੱਚ ਦੇਖ ਰਹੇ ਹੋਵੋਗੇ ਕਿ ਇਸ ਨੂੰ ਤੁਸੀਂ ਪੂਰੇ ਪ੍ਰਾਂਤਨ ਭਾਰਤ ਦੇ ਨਕਸ਼ੇ ਦੇ ਤੌਰ ਤੇ ਦੇਖਣਾ, ਹਨਾ। ਜਦੋਂ ਅਸੀਂ ਗੱਲ ਦੇਖੋ ਕਿ ਜੋ ਆਹ ਲਾਈਨ ਆ, ਜੇ ਆਪਾਂ ਆਹ ਲਾਈਨ ਦੀ ਗੱਲ ਕਰਦੇ ਹਾਂ ਤਾਂ ਪੁਰਾਣੀ ਸਾਰੀ ਬਾਉਂਡਰੀ ਇਹ ਸੀ। ਜਿਹੜੀ ਆਹ ਲਾਈਨ ਵਿਚਕਾਰ ਤੁਸੀਂ ਦੇਖ ਰਹੇ ਹੋ, ਤੁਸੀਂ ਸਮਝ ਰਹੇ ਹੋ ਕਿ ਇਹ ਪਾਕਿਸਤਾਨ ਵਾਲੀ ਲਾਈਨ ਆ, ਹਨਾ। ਤਾਂ ਮੈਂ ਸਮਝਾਉਣ ਲਈ ਕਿ ਇਸ ਨੂੰ ਤੁਸੀਂ ਇੱਕ ਤਰੀਕੇ ਨਾਲ ਮੰਨ ਕੇ ਚੱਲੋ ਕਿ ਆਪਾਂ ਪ੍ਰਾਂਤਨ ਭਾਰਤ ਦੇ ਨਕਸ਼ੇ ਨੂੰ ਦੇਖਣਾਗਾ। ਤਾਂ ਸਾਡਾ ਬਾਰਡਰ ਇੱਥੋਂ ਤੱਕ ਸੀ। ਜੋ ਅਸੀਂ ਏਂਸ਼ੀਐਂਟ ਹਿਸਟਰੀ ਦਾ ਨਾਮ ਦਿੰਦੇ ਹਾਂ, ਏਂਸ਼ੀਐਂਟ ਹਿਸਟਰੀ ਦੇ ਵਿੱਚ ਜੇ ਅਸੀਂ 2 ਹਮਲਿਆਂ ਨੂੰ ਛੱਡ ਦਈਏ,
ਏਂਸ਼ੀਅੰਟ ਹਿਸਟਰੀ ਦੇ ਵਿੱਚ ਇਸ ਪੂਰੇ ਵਕਫੇ ਦੇ ਵਿੱਚ ਜੇ ਅਸੀਂ 2 ਹਮਲਿਆਂ ਨੂੰ ਛੱਡ ਦਈਏ ਤਾਂ ਬਾਕੀ ਸਾਰਾ ਸਮਾਂ ਇੱਥੇ ਸਾਡਾ ਆਪਦਾ ਹਿੰਦੁਸਤਾਨੀਆਂ ਦਾ ਰਾਜ ਰਿਹਾ ਗਾ। ਹਿੰਦੁਸਤਾਨੀਆਂ ਦਾ ਰਾਜ ਰਿਹਾ, ਹਮਲਾਵਰ ਇੱਥੇ ਨਹੀਂ ਆਏ। ਠੀਕ ਹੈ ਜੀ। ਇਸ ਪੂਰੇ ਮਹਾਦੀਪ ਦੇ ਵਿੱਚ ਮਹਾਜਨ ਪਦ ਬਣੇ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ ਵਾਂਜੀ, ਮਗਧ ਵਗੈਰਾ ਵਗੈਰਾ ਅਲੱਗ-ਅਲੱਗ ਜਿਹੜੇ ਮਹਾਜਨ ਪਦ ਬਣੇ ਨੇ, ਕਬੀਲੇ ਬਣੇ ਨੇ। ਉਹਨਾਂ ਕਬੀਲਿਆਂ ਦਾ ਆਪਸ ਵਿੱਚ ਰਾਜ ਰਿਹਾ, ਕਿਸੇ ਵਿਦੇਸ਼ੀ ਦਾ ਉਹਨਾਂ ਤੇ ਕੰਟਰੋਲ ਨਹੀਂ ਰਿਹਾ। ਉਹ ਆਪਸ ਵਿੱਚ ਰਾਜ ਕਰਦੇ ਰਹੇ। ਭਾਰਤ ਦੀਆਂ ਗਤੀਵਿਧੀਆਂ ਸੀਗੀਆਂ ਜਿਹੜੀਆਂ ਉਹ ਆਪਸੀ ਸੀਗੀਆਂ। ਇਸ ਸਮੇਂ ਨੂੰ ਏਂਸ਼ੀਅੰਟ ਹਿਸਟਰੀ ਦਾ ਨਾਮ ਦਿੱਤਾ ਗਿਆ। ਇਸ ਦੇ ਵਿੱਚ ਸਿਰਫ 2 ਹਮਲੇ ਹੁੰਦੇ ਨੇ ਜਿਹੜੇ ਬਾਹਰੀ ਹਮਲੇ ਨੇ। ਉਹਨਾਂ ਚੋਂ ਇੱਕ ਤਾਂ ਜੇ ਤੁਸੀਂ ਗੱਲ ਕਰੋ ਕਿ 1535 ਦੇ ਲਗਭਗ BC ਦੇ ਵਿੱਚ ਇੱਕ ਹਮਲਾ ਹੁੰਦਾ ਸਾਇਰਸ। ਠੀਕ ਹੈ ਜੀ। ਸਾਇਰਸ ਇੱਕ ਇਰਾਨੀ ਰਾਜਾ ਜੀ, ਇਰਾਨੀ ਰਾਜਾ। ਹਾਲਾਂਕਿ ਇਹਨੇ ਸਿੱਧੇ ਰੂਪ 'ਚ ਇੰਡੀਆ ਤੇ ਜਾਂ ਹਿੰਦੁਸਤਾਨ ਤੇ ਹਮਲਾ ਨਹੀਂ ਕੀਤਾ ਸੀ, ਇਹ ਬਿਲਕੁਲ ਬਾਰਡਰ ਤੋਂ ਵਾਪਸ ਚੱਲ ਗਿਆ ਸੀ। 1535 ਦੇ ਵਿੱਚ ਸਾਇਰਸ ਹਮਲਾ ਕਰਦਾ, ਪਰ ਇਹਦਾ ਪੁੱਤਰ ਸੀਗਾ ਜੀ ਡੇਰੀਅਸ ਫਸਟ ਕਹਿੰਦੇ ਆ ਇਹਨੂੰ ਅਸੀਂ। ਲਗਭਗ 1518 BC ਦੇ ਵਿੱਚ ਜਿਹੜਾ ਹਿੰਦੁਸਤਾਨ ਤੇ ਪਹਿਲਾ ਹਮਲਾ ਮੰਨਿਆ ਜਾਂਦਾ, ਜੋ ਹਿੰਦੁਸਤਾਨ ਤੇ ਪਹਿਲਾ ਹਮਲਾ ਮੰਨਿਆ ਜਾਂਦਾ, ਉਹ ਡੇਰੀਅਸ ਫਸਟ ਕਰਦਾ ਜੀ। ਡੇਰੀਅਸ ਫਸਟ ਪਹਿਲਾ ਹਮਲਾ ਕਰਦਾ। ਤਾਂ ਇੱਕ ਹਮਲਾ ਤਾਂ ਇਸ ਪੂਰੇ ਸਮੇਂ ਦੇ ਵਿੱਚ ਇਹ ਹੋਇਆ ਸਾਡੇ ਤੇ। ਇਹਦੇ ਤੋਂ ਬਿਨਾਂ ਦੂਸਰਾ ਹਮਲਾ ਤੁਸੀਂ ਸਾਰੇ ਜਾਣਦੇ ਹੋ ਕਿ ਦੂਸਰਾ ਹਮਲਾ ਸਾਡੇ ਤੇ ਕਰਦਾ ਸਿਕੰਦਰ ਦਾ ਹਮਲਾ 326 BC ਦੇ ਵਿੱਚ ਹੁੰਦਾ ਜੀ। ਗ੍ਰੀਕ ਤੋਂ ਆਉਂਦਾ, ਯੂਨਾਨ ਤੋਂ ਆਉਂਦਾ ਤੇ ਸਾਡੇ ਹਿੰਦੁਸਤਾਨ ਤੇ ਹਮਲਾ ਕਰਦਾ ਹਨਾ। ਉਹ ਖੈਬਰ ਦੇ ਦਰੇ ਤੋਂ, ਅਫਗਾਨਿਸਤਾਨ ਵਾਲੀ ਸਾਈਡ ਤੋਂ ਇੱਥੇ ਜੋ ਹੈ ਐਂਟਰ ਹੁੰਦਾ, ਉਹ ਇਸ ਏਰੀਏ ਤੋਂ ਐਂਟਰ ਹੁੰਦਾ, ਉਹ ਖੈਬਰ ਦੇ ਦਰੇ ਤੋਂ ਹਨਾ, ਤੇ ਇੰਡੀਆ ਤੇ ਉਹ ਹਮਲਾ ਕਰਦਾ। ਪਹਿਲਾਂ ਉਹ ਅੰਬੀ, ਤਕਸ਼ਲਾ ਦਾ ਰਾਜਾ ਸੀਗਾ ਜਿਹੜਾ, ਉਹਦੇ ਨਾਲ ਅੰਬੀ ਨਾਲ ਉਹਦਾ ਯੁੱਧ ਹੁੰਦਾ। ਉਹ ਅੰਬੀ ਉਹਦੀ ਅਧੀਨਤਾ ਸਵੀਕਾਰ ਕਰ ਲੈਂਦਾ ਤੇ ਫਿਰ ਜੇਹਲਮ ਦੇ ਤੱਟ ਤੇ ਉਹਦਾ ਯੁੱਧ ਹੁੰਦਾਗਾ ਪੋਰਸ ਦੇ ਨਾਲ, ਜਿਸ ਨੂੰ ਯੂਨਾਨੀ ਇਤਿਹਾਸਕਾਰਾਂ ਨੇ ਨਾਮ ਦਿੱਤਾ ਵਾਰ ਆਫ ਹਾਈਡਸਪਸ, ਤੇ ਭਾਰਤੀ ਇਤਿਹਾਸਕਾਰਾਂ ਨੇ ਉਹਨੂੰ ਜੇਹਲਮ ਦਾ ਯੁੱਧ ਦਾ ਨਾਮ ਦਿੱਤਾ। ਉਸ ਯੁੱਧ ਦੇ ਵਿੱਚ ਸਿਕੰਦਰ ਜਿੱਤਦਾ, 9 ਮਹੀਨੇ ਇੱਥੇ ਰਹਿੰਦਾ, ਫਿਰ ਉਹ ਵਾਪਸ ਜਾਂਦਾ ਤਾਂ ਬੇਬੀਲੋਨ ਦੇ ਵਿੱਚ 323 ਈਸਵੀ ਦੇ ਵਿੱਚ ਉਹਦੀ ਡੈਥ ਹੋ ਜਾਂਦੀ। ਇਸ ਚੀਜ਼ ਬਾਰੇ ਆਪਾਂ ਜਦੋਂ ਚੰਦਰਗੁਪਤ ਮੌਰੀਆ ਨੂੰ ਪੜਾਂਗੇ ਤਾਂ ਉਦੋਂ ਜ਼ਿਆਦਾ ਇਸ ਬਾਰੇ ਗੱਲ ਕਰਾਂਗੇ। ਫਿਲਹਾਲ ਅਸੀਂ ਜੋ ਗੱਲ ਕਰ ਰਹੇ ਹਾਂ ਕਿ ਇਹਨਾਂ 2 ਹਮਲਿਆਂ ਤੋਂ, ਇੱਕ ਡੇਰੀਅਸ ਦੇ ਹਮਲੇ ਤੋਂ ਤੇ ਇੱਕ ਸਿਕੰਦਰ ਦੇ ਹਮਲੇ ਤੋਂ ਬਿਨਾਂ, ਇਸ ਪੂਰੇ ਪੀਰੀਅਡ ਦੇ ਵਿੱਚ ਅਨਨੋਨ, ਮਤਲਬ ਕਿ ਮਿਲੀਅਨ ਸਾਲ ਪਹਿਲਾਂ ਤੋਂ ਲੈ ਕੇ 712 AD ਦੀ ਗੱਲ ਕਰ ਰਿਹਾ ਮੈਂ। ਇਸ ਸਮੇਂ ਦੇ ਵਿੱਚ ਜਿਹੜਾ ਸਾਡਾ ਰਾਜਨੀਤਿਕ ਸਿਸਟਮ ਸੀ ਉਹ ਇਸ ਮਹਾਦੀਪ ਦਾ ਅੰਦਰੂਨੀ ਹੀ ਸੀ, ਬਾਹਰੀ ਦਖਲ ਕਿਸੇ ਦਾ ਨਹੀਂ ਸੀ। ਤਾਂ ਇਸ ਸਮੇਂ ਦੇ ਵਿੱਚ ਤੁਸੀਂ ਵੱਡੀਆਂ ਸਭਿਅਤਾਵਾਂ ਦੀ ਗੱਲ ਕਰੋਗੇ ਜਾਂ ਸਿਵਲਾਈਜੇਸ਼ਨਸ ਦੀ ਗੱਲ ਕਰੋਗੇ ਜਾਂ ਤੁਸੀਂ ਰਾਜ ਭਾਗ ਦੀ ਗੱਲ ਕਰੋਗੇ ਤਾਂ ਤੁਸੀਂ ਦੇਖੋ ਕਿ ਆਪਾਂ ਗੱਲ ਕਰਦੇ ਹਾਂ ਮੌਰੀਅਨਸ ਦੀ। ਰਾਜਨੀਤਿਕ ਤੌਰ ਤੇ ਮੈਂ ਗੱਲ ਕਰ ਰਿਹਾ ਮੌਰੀਅਨਸ ਦੀ। ਹਿੰਦੁਸਤਾਨੀ ਸੀ ਨਾ, ਚੰਦਰਗੁਪਤ ਮੌਰੀਆ ਮਗਧ ਤੋਂ ਸ਼ੁਰੂ ਹੁੰਦਾ, ਨੰਦ ਵੰਸ਼ ਦੇ ਰਾਜੇ ਨੂੰ ਹਰਾਉਂਦਾ ਤੇ ਉਹ ਇੰਡੀਆ ਦਾ ਰਾਜਾ ਬਣਦਾ। ਫਿਰ ਤੁਸੀਂ ਅਸ਼ੋਕ ਦੀ ਗੱਲ ਕਰ ਲਓ, ਉਸ ਤੋਂ ਬਾਅਦ ਇਸੇ ਸਮੇਂ ਦੇ ਵਿੱਚ ਤੁਸੀਂ ਗੁਪਤਾ ਅੰਪਾਇਰ ਦੀ ਗੱਲ ਕਰ ਲਓ, ਫਿਰ ਤੁਸੀਂ ਹਰਸ਼ਵਰਧਨ ਦੀ ਗੱਲ ਕਰ ਲਓ। ਜਿਹੜੇ ਇਹ ਰਾਜ ਭਾਗ ਹੋਏ ਨੇ ਸਾਰੇ ਦੇ ਸਾਰੇ ਇਸ ਮਹਾਦੀਪ ਦੇ ਅੰਦਰੂਨੀ ਸੀ। ਤਾਂ ਕੀ ਹੁੰਦਾ ਕਿ ਇਸ ਜਦੋਂ ਹਿੰਦੁਸਤਾਨੀਆਂ ਦਾ ਇਸ ਧਰਤੀ, ਇਸ ਮਹਾਦੀਪ ਤੇ ਰਾਜ ਸੀ, ਇੱਥੋਂ ਦੇ ਰਾਜਵੰਸ਼ ਵੱਡੇ ਮਹੱਤਵਪੂਰਨ ਹੋ ਕੇ ਨਿਕਲੇ, ਤਾਂ ਇਤਿਹਾਸਕਾਰਾਂ ਨੇ ਉਸ ਸਮੇਂ ਨੂੰ ਏਂਸ਼ੀਅੰਟ ਹਿਸਟਰੀ ਦਾ ਨਾਮ ਦਿੱਤਾ ਜੀ। ਠੀਕ ਹੈ ਜੀ। 712 ਹੀ ਕਿਉਂ ਸਮਾਂ ਦਿੱਤਾ ਗਿਆ? 712 ਸਮਾਂ ਤਾਂ ਦਿੱਤਾ ਗਿਆ ਕਿਉਂਕਿ ਇਸ ਸਮੇਂ ਤੇ ਕੀ ਹੁੰਦਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੁਹੰਮਦ ਬਿਨ ਕਾਸਿਮ 712 AD ਈਸਵੀ ਦੇ ਵਿੱਚ, ਮਤਲਬ ਕਿ 712 AD ਈਸਵੀ ਦੇ ਵਿੱਚ ਕਿੱਥੇ ਹਮਲਾ ਕਰਦਾ? ਸਿੰਧ ਤੇ। ਸਿੰਧ ਦਾ ਉਦੋਂ ਰਾਜਾ ਕੌਣ ਸੀ? ਦਾਹਿਰ ਰਾਜਾ ਸੀਗਾ ਜੀ। ਸਿੰਧ ਦੇ ਕੁਝ ਇਲਾਕੇ ਜਿੱਤਦਾ ਜੀ ਇੱਥੇ, ਇਸ ਜਗ੍ਹਾ ਤੇ। ਠੀਕ ਹੈ ਜੀ। ਤਾਂ ਸਿੰਧ ਦੇ ਕੁਝ ਇਲਾਕੇ, ਸਿੰਧ ਸਾਡਾ ਪੁਰਾਣੇ ਹਿੰਦੁਸਤਾਨ ਦਾ ਬਾਰਡਰ ਸਟੇਟ ਸੀਗੀ ਜੀ। ਸਿੰਧ ਦੇ ਕੁਝ ਇਲਾਕੇ ਜਿੱਤਦਾ ਉਹ, ਸਿੰਧ ਦੇ ਕੁਝ ਇਲਾਕੇ ਜਿੱਤ ਕੇ ਉੱਥੇ ਉਹ ਕਾਫੀ ਲੰਮਾ ਸਮਾਂ ਤੱਕ ਰਾਜ ਕਰਦਾਗਾ। ਮਤਲਬ ਕਿ ਸਾਡੇ ਤੇ ਜਦੋਂ ਧਰਤੀ ਤੋਂ ਪਹਿਲਾ ਹਮਲਾ ਹੁੰਦਾਗਾ, ਇੱਕ ਮੁਸਲਿਮ ਸ਼ਾਸਕ ਇੱਥੇ ਹਮਲਾ ਕਰਦਾਗਾ,
ਤਾਂ ਉਸ ਸਮੇਂ ਨੂੰ ਸਾਡੇ ਇਤਿਹਾਸਕਾਰਾਂ ਨੇ ਮੰਨਿਆ ਕਿ ਹੁਣ ਏਂਸ਼ੀਅੰਟ ਹਿਸਟਰੀ ਦਾ ਅੰਤ ਹੋ ਗਿਆ ਤੇ ਹੁਣ ਮੈਡੀਵਲ ਹਿਸਟਰੀ ਦੀ ਸ਼ੁਰੂਆਤ ਹੋ ਗਈ। ਮੁਹੰਮਦ ਬਿਨ ਕਾਸਿਮ ਪਹਿਲਾ ਮੁਸਲਿਮ ਹਮਲਾਵਰ ਸੀਗਾ ਜਿਹਨੇ ਹਿੰਦੁਸਤਾਨ ਤੇ ਹਮਲਾ ਕੀਤਾ 712 ਚ ਸਿੰਧ ਤੇ। ਦਾਹਿਰ ਉੱਥੋਂ ਦਾ ਰਾਜਾ ਸੀਗਾ। ਮੁਹੰਮਦ ਬਿਨ ਕਾਸਿਮ ਜਿੱਤਦਾ ਉਸ ਨੂੰ, ਪਰ ਆਉਣ ਵਾਲੇ ਮੁਸਲਿਮ ਹਮਲਾਵਰਾਂ ਲਈ ਇੱਕ ਉਹ ਰਸਤਾ ਖੋਲ ਦਿੰਦਾ ਗਾ। ਠੀਕ ਹੈ ਜੀ, ਇਹ ਚੀਜ਼ ਹੁੰਦੀ ਹੈ ਜੀ। ਅੱਗੇ ਅਸੀਂ ਜਦੋਂ ਗੱਲ ਕਰਦੇ ਹਾਂ ਇਦੋਂ ਬਾਅਦ ਕੀ ਹੁੰਦਾ ਕਿ ਮੈਡੀਵਲ ਹਿਸਟਰੀ ਦੇ ਵਿੱਚ ਇੱਕ ਲਾਈਨ ਲੱਗ ਜਾਂਦੀ ਹੈਗੀ, ਇਸ ਧਰਤੀ ਤੇ ਹਮਲਾ ਕਰ। ਮੁਹੰਮਦ ਬਿਨ ਕਾਸਿਮ ਤੋਂ ਬਾਅਦ ਮਹਿਮੂਦ ਗਜਨਬੀ ਆਉਂਦਾ, ਉਹਨੇ 17 ਵਾਰ ਹਮਲੇ ਕੀਤੇ। ਫਿਰ ਮੁਹੰਮਦ ਗੌਰੀ ਆਉਂਦਾ, ਉਹਨੇ 5 ਵਾਰ ਹਮਲੇ ਕੀਤੇ। ਮੁਹੰਮਦ ਗੌਰੀ ਤਰਾਇਨ ਦੀ ਪਹਿਲੀ ਲੜਾਈ 1191 ਚ ਹਾਰਦਾ, 92 ਚ ਦੂਸਰੀ ਲੜਾਈ ਜਿੱਤ ਜਾਂਦਾਗਾ। ਦੂਸਰੀ ਲੜਾਈ ਜਿੱਤ ਕੇ ਉਹ ਇੱਥੇ ਦਾਸ ਵੰਸ਼ ਦੀ ਸ਼ੁਰੂਆਤ ਕਰਦਾ। ਬੇਸਿਕਲੀ ਕੀ ਆ ਕਿ ਉਹ ਆਪਦੇ ਜਿਹੜੇ ਸੈਨਾਪਤੀ ਨੇ ਉਹਨਾਂ ਨੂੰ ਇੱਥੇ ਵੱਖ-ਵੱਖ ਇੰਡੀਆ ਦੇ ਇਲਾਕਿਆਂ ਨੂੰ ਵੰਡ ਕੇ ਉੱਥੇ ਨਿਯੁਕਤ ਕਰ ਦਿੰਦਾ, ਜਿਵੇਂ ਕਿ ਕੁਤਬਦੀਨ ਐਬਕ ਨੂੰ ਲਾਹੌਰ ਤੇ ਦਿੱਲੀ ਵਾਲਾ ਪਾਰਟ ਦਿੱਤਾ ਜਾਂਦਾਗਾ। ਇਸੇ ਤਰ੍ਹਾਂ ਨਾਸਰੁਦੀਨ ਕਬਾਚਾ ਗਾ ਜਾਂ ਯਲਦੌਜ ਆ, ਬਖਤਿਆਰ ਖਿਲਜੀ ਆ, ਇਹ ਲੋਕ ਨੇ ਜਿਹੜੇ ਇਹਨਾਂ ਨੂੰ ਵੱਖ-ਵੱਖ, ਕਿਸੇ ਨੂੰ ਬੰਗਾਲ, ਕਿਸੇ ਨੂੰ ਮੁਲਤਾਨ, ਇਸ ਤਰ੍ਹਾਂ ਇਲਾਕੇ ਵੰਡ ਕੇ ਦੇ ਦਿੰਦਾ। ਪਰ ਮੁਹੰਮਦ ਗੌਰੀ ਦੀ ਡੈਥ ਹੁੰਦੀ ਆ ਤਾਂ ਆਪਦੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੰਦੇ ਨੇ। ਉਸੇ ਸੁਤੰਤਰ ਘੋਸ਼ਿਤ ਕਰਨ ਚੋਂ ਹੀ ਕੁਤਬਦੀਨ ਐਬਕ ਦਾਸ ਵੰਸ਼ ਦੀ ਨੀਂਹ ਰੱਖਦਾ। ਫਿਰ ਕੁਤਬਦੀਨ ਐਬਕ ਤੋਂ ਬਾਅਦ ਜਿਹੜੇ ਉਹਦੇ ਸ਼ਾਸਕ ਨੇ, ਅੱਗੇ ਤੁਸੀਂ ਦੇਖਦੇ ਹੋ ਕਿ ਇਲਤੁਤਮਿਸ਼ ਅਸਲੀ ਸੰਸਥਾਪਕ ਬਣਦਾਗਾ ਦਾਸ ਵੰਸ਼ ਦਾ। ਤੇ ਉਦੋਂ ਬਾਅਦ ਅੱਗੇ ਆਪਾਂ ਚਾਹੇ ਰਜੀਆ ਸੁਲਤਾਨਾ ਦੀ ਗੱਲ ਕਰੀਏ ਤੇ ਫਿਰ ਸਭ ਤੋਂ ਇੰਪੋਰਟੈਂਟ ਬਲ ਬਣਾਉਂਦਾ। ਤੇ ਇਸ ਤਰੀਕੇ ਨਾਲ ਫਿਰ ਅੱਗੇ ਨੂੰ ਚੱਲਦੇ ਖਿਲਜੀ ਵੀ ਆਉਂਦੇ ਨੇ ਇੱਥੇ, ਤੁਗਲਕ ਵੀ ਆਉਂਦੇ ਨੇ, ਸੈਯਦ ਵੀ ਆਉਂਦੇ ਨੇ, ਲੋਧੀ ਵੀ ਆਉਂਦੇ ਨੇ, ਮੁਗਲ ਵੀ ਆਉਂਦੇ ਨੇ। ਤਾਂ ਇਸ ਸਮੇਂ ਦੇ ਵਿੱਚ 713 ਤੋਂ ਲੈ ਕੇ 1707 ਤੱਕ ਇਸ ਉਪ ਮਹਾਦੀਪ ਤੇ ਵਿਦੇਸ਼ੀਆਂ ਦਾ ਰਾਜ ਰਿਹਾ ਜੀ। ਜੇ ਮੈਂ ਆਖਾਂ ਤਾਂ ਵਿਦੇਸ਼ੀ ਮੁਸਲਿਮ ਸ਼ਾਸਕਾਂ ਦਾ ਰਾਜ ਰਿਹਾ ਜੀ। ਇਹ ਉਹ ਸ਼ਾਸਕ ਸੀ ਜਿਨ੍ਹਾਂ ਨੇ ਜ਼ਮੀਨ ਤੋਂ ਸਾਡੇ ਤੇ ਹਮਲੇ ਕੀਤੇ। ਇਸ ਏਰੀਏ ਤੋਂ ਜ਼ਮੀਨ ਤੋਂ ਇਹਨਾਂ ਦੇ ਹਮਲੇ ਹੋਏ ਤੇ ਸਾਡੇ ਤੇ ਇਹਨਾਂ ਨੇ ਲੰਮਾ ਸਮਾਂ ਰਾਜ ਕੀਤਾ। ਤਾਂ ਜਦੋਂ ਸਾਡੇ ਤੇ ਮੁਸਲਿਮ ਰਾਜ ਸੀ, ਜ਼ਮੀਨੀ ਹਮਲਾਵਰ ਸਾਡੇ ਇੱਥੇ ਆਏ ਤੇ ਉਹਨਾਂ ਨੇ ਸਾਡੇ ਤੇ ਰਾਜ ਕੀਤਾ, ਤਾਂ ਸਾਡੇ ਇਤਿਹਾਸਕਾਰ ਨੇ ਉਹਨਾਂ ਨੂੰ ਮੈਡੀਵਲ ਇੰਡੀਆ ਦਾ ਨਾਮ ਦਿੱਤਾ ਜੀ, ਮੈਡੀਵਲ ਇੰਡੀਅਨ ਹਿਸਟਰੀ। ਇਹ ਸਮਾਂ ਸੀਗਾ ਜਿਹੜਾ 713 ਤੋਂ 1707 ਤੱਕ ਦਾ ਸਮਾਂ ਸੀਗਾ ਜੀ। ਠੀਕ ਹੈ ਜੀ। ਇਸ ਤੋਂ ਬਾਅਦ ਅੱਗੇ ਜੀ ਫਿਰ ਵਾਰੀ ਆ ਜਾਂਦੀ ਹੈ ਜੀ ਮਾਡਰਨ ਹਿਸਟਰੀ ਦੀ। ਮਾਡਰਨ ਹਿਸਟਰੀ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਦੇਖਦੇ ਹੋ ਕਿ 1707 ਦੇ ਵਿੱਚ ਕੀ ਵਾਪਰਦਾ ਜੀ। 1707 ਤੱਕ ਹੀ ਇਹ ਡੇਟ ਕਿਉਂ ਏਂਸ਼ੀਅੰਟ ਮੈਡੀਵਲ ਇੰਡੀਆ ਦੀ ਰੱਖੀ ਗਈ ਆ। ਇੱਥੇ ਹੈ ਜੀ ਔਰੰਗਜ਼ੇਬ ਦੀ ਮੌਤ। ਠੀਕ ਹੈ ਜੀ। ਤੁਸੀਂ ਜਾਣਦੇ ਹੋ ਕਿ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ ਜੀ। ਇਸ ਮੌਤ ਦੇ ਨਾਲ ਹੁੰਦਾ ਕੀ ਆ ਕਿ ਮੁਸਲਿਮ ਰਾਜ ਆ ਜੋ ਮੁਗਲ ਸਲਤਨਤ ਆ ਜੋ ਰਾਜ ਆ ਉਹ ਡਗਮਗਾ ਜਾਂਦਾ। ਇਦੋਂ ਬਾਅਦ ਬਹਾਦਰ ਸ਼ਾਹ ਲਾਓ, ਜਹਾਂਦਾਰ ਸ਼ਾਹ ਲਾਓ, ਫਰਖਸ਼ੀਰ ਲਾਓ ਵਗੈਰਾ ਵਗੈਰਾ ਕਈ ਸਾਰੇ ਸ਼ਾਸਕ ਤਾਂ ਹੋਏ, ਪਰ ਉਹਨਾਂ ਸ਼ਾਸਕਾਂ ਦਾ ਜਿਹੜਾ ਰਾਜ ਆ ਉਹ ਸੁੰਗੜਦਾ ਜਾਂਦਾ, ਛੋਟਾ ਹੁੰਦਾ ਜਾਂਦਾ ਤੇ ਅਖੀਰ ਬਹਾਦਰ ਸ਼ਾਹ ਜ਼ਫਰ ਤੱਕ ਇਹ ਰਾਜ ਸਿਰਫ ਇੱਕ ਲਾਲ ਕਿਲੇ ਤੱਕ ਰਹਿ ਜਾਂਦਾ, ਨਾ ਮਾਤਰ ਰਾਜਾ ਰਹਿ ਜਾਂਦਾ। ਤਾਂ ਜਦੋਂ ਇੱਥੇ ਮੁਗਲਾਂ ਦਾ ਰਾਜ ਡਾਊਨ ਜਾਂਦਾ ਤੇ ਫਿਰ ਅਪ ਕਿਹਦਾ ਰਾਜ ਹੁੰਦਾ? ਉਹੀ ਮਾਡਰਨ ਇੰਡੀਅਨ ਹਿਸਟਰੀ ਆ। ਮਾਡਰਨ ਇੰਡੀਅਨ ਹਿਸਟਰੀ ਕੀ ਆ ਜੀ? ਜਦੋਂ ਸਾਡੇ ਤੇ ਵਿਦੇਸ਼ੀਆਂ ਨੇ ਰਾਜ ਕੀਤਾ, ਯੂਰਪੀਅਨਸ ਨੇ, ਯੂਰਪੀਅਨ ਲੋਕਾਂ ਨੇ ਜਦੋਂ ਸਾਡੇ ਤੇ ਰਾਜ ਕੀਤਾ ਤਾਂ ਉਹਨੂੰ ਅਸੀਂ ਮਾਡਰਨ ਜਾਂ ਆਧੁਨਿਕ ਭਾਰਤ ਦਾ ਇਤਿਹਾਸ ਕਹਿੰਦੇ ਹਾਂ ਜੀ। ਇਹਨਾਂ ਯੂਰਪੀਅਨਸ ਦੇ ਵਿੱਚ ਸਾਡੇ ਇੱਥੇ ਸਭ ਤੋਂ ਪਹਿਲਾਂ ਕੌਣ ਆਇਆ? ਇਹ ਸਵਾਲ ਆ ਤੁਹਾਡੇ ਲਈ। ਤਾਂ ਤੁਸੀਂ ਜਾਣਦੇ ਹੋ ਕਿ ਸਭ ਤੋਂ ਪਹਿਲਾਂ ਆਇਆ 1498 ਦੇ ਵਿੱਚ ਵਾਸਕੋ ਡੀ ਗਾਮਾ, ਜੋ ਸਭ ਤੋਂ ਪਹਿਲਾ ਵਿਦੇਸ਼ੀ ਸੀਗਾ ਉਹ ਇੱਥੇ ਆਇਆ। ਇਹ ਕੌਣ ਸੀ? ਪੁਰਤਗਾਲੀ ਸੀਗਾ ਜੀ। ਪੁਰਤਗਾਲ ਵੀ ਯੂਰਪੀਅਨ ਕੰਟਰੀ ਹੈ ਇੱਕ। ਪੁਰਤਗਾਲ ਤੋਂ ਵਾਸਕੋ ਡੀ ਗਾਮਾ ਇੱਥੇ ਆਉਂਦਾ। ਤਾਂ ਜਦੋਂ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ ਆਉਂਦਾ ਤਾਂ ਉਦੋਂ ਇੱਥੇ ਲੋਧੀਆਂ ਦਾ ਰਾਜ ਸੀ। ਲੋਧੀਆਂ ਦਾ ਰਾਜ ਮਤਲਬ ਕਿ ਸਿਕੰਦਰ ਲੋਧੀ ਰਾਜ ਕਰ ਰਿਹਾ ਸੀਗਾ। ਕਾਲੀਕਟ ਕੇਰਲ ਚ ਆਉਂਦਾ ਇਹ। ਇਹਦਾ ਜਿਹੜਾ ਹੈਗਾ ਜਮਾਰਨ ਇੱਕ ਉੱਥੋਂ ਦਾ ਰਾਜਾ ਸੀਗਾ, ਜਿਹੜਾ ਲੋਕਲ ਰਾਜੇ, ਉਹ ਇਹਦਾ ਸਵਾਗਤ ਕਰਦਾ। ਇੱਥੇ ਵਾਸਕੋ ਡੀ ਗਾਮਾ ਆਉਂਦਾ। ਪਹਿਲੇ ਵਾਰੀ ਕਹਿੰਦੇ ਆ ਵੀ ਕਾਲੀ ਮਿਰਚ ਦਾ ਵਪਾਰ ਕਰਦਾ ਤੇ 30 ਗੁਣਾ ਮੁਨਾਫਾ ਕਮਾਉਂਦਾਗਾ। ਤਾਂ ਇੱਥੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਦੇਸ਼ ਤਾਂ ਬਹੁਤ ਅਮੀਰ ਆ, ਇੱਥੇ ਤਾਂ ਅਸੀਂ ਜਿਹੜਾ ਹੈਗਾ ਅੱਛਾ ਪ੍ਰੋਫਿਟ ਕਮਾ ਸਕਦੇ ਹਾਂ। ਤਾਂ ਵਾਸਕੋ ਡੀ ਗਾਮਾ ਦੀ ਸ਼ੁਰੂਆਤ ਦੇ ਨਾਲ ਪਿੱਛੇ ਪਿੱਛੇ ਪਰ ਹੋਰ ਲੋਕ ਆਉਣ ਲੱਗ ਜਾਂਦੇ ਨੇ। ਡੱਚ ਆਉਂਦੇ ਨੇ,
ਫਰਾਂਸੀਸੀ ਆਉਂਦੇ ਨੇ, ਡੈਨਿਸ਼ ਆਉਂਦੇ ਨੇ, ਤੇ ਸਭ ਤੋਂ ਇੰਪੋਰਟੈਂਟ ਅੰਗਰੇਜ਼ ਆਉਂਦੇ ਨੇ, ਬ੍ਰਿਟਿਸ਼ ਵਾਲੇ ਆਉਂਦੇ ਨੇ, ਹਨਾ। ਜਦੋਂ ਇੰਡੀਆ ਤੇ, ਜਦੋਂ ਸਾਡੇ ਦੇਸ਼ ਤੇ ਇਸ ਏਰੀਏ ਤੋਂ ਹਮਲਾਵਰ ਆਏ ਜਾਂ ਵਪਾਰੀ ਬਣ ਕੇ ਆਏ ਸੀ, ਤਾਂ ਹਮਲਾਵਰੀ ਵਪਾਰੀ ਬਣ ਕੇ ਆਏ, ਮਤਲਬ ਕਿ ਸਮੁੰਦਰ ਰਾਹੀਂ ਸਾਡੇ ਤੇ ਵਿਦੇਸ਼ੀਆਂ ਨੇ ਜਦੋਂ ਆਕਰਮਣ ਕੀਤਾ, ਸਾਡੇ ਚ ਦਾਖਲ ਦਿੱਤਾ ਉਹਨਾਂ ਨੇ, ਤਾਂ ਉਸ ਸਮੇਂ ਨੂੰ ਸਾਡੇ ਇਤਿਹਾਸਕਾਰ ਮਾਡਰਨ ਹਿਸਟਰੀ ਦਾ ਨਾਮ ਦੇ ਦਿੰਦੇ ਨੇ। 1707 ਤੋਂ ਬਾਅਦ ਮੁਗਲਾਂ ਦੀ ਸਲਤਨਤ ਜਾਂਦੀ ਆ ਤੇ ਹੌਲੀ ਹੌਲੀ ਜਿਹੜਾ ਹੈਗਾ ਕੰਟਰੋਲ ਆ ਉਹ ਅੰਗਰੇਜ਼ਾਂ ਦਾ ਬਣਦਾ ਜਾਂਦਾ। ਇਹਨਾਂ ਯੂਰਪੀਅਨਸ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ 31 ਦਸੰਬਰ 1600 ਨੂੰ ਹਨਾ ਕੁਈਨ ਐਲਿਜ਼ਾਬੈਥ ਇੱਕ ਕੰਪਨੀ ਬਣਾਉਂਦੀ ਹੈ ਜਿਹਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕਿਹਾ ਜਾਂਦਾ। ਉਹ ਕੰਪਨੀ ਇੱਥੇ ਆਉਂਦੀ ਆ, ਵਪਾਰ ਕਰਨ ਦੀ ਆਗਿਆ ਉਹ ਸਭ ਤੋਂ ਪਹਿਲਾਂ ਜਹਾਂਗੀਰ ਤੋਂ ਪ੍ਰਾਪਤ ਕਰਦੇ ਨੇ। ਫਿਰ ਉਸ ਤੋਂ ਬਾਅਦ ਔਰੰਗਜ਼ੇਬ 'ਚ ਉਹਨਾਂ ਦੇ ਥੋੜ੍ਹੇ ਜਿਹੇ ਹਾਲਾਤ ਵਿਗੜਦੇ ਨੇ। ਔਰੰਗਜ਼ੇਬ ਇੱਕ ਸਖਤ ਰਾਜਾ ਸੀ, ਉਹਨਾਂ ਨੂੰ ਵਪਾਰ ਕਰਨ ਦੀ ਆਗਿਆ ਤੇ ਰੋਕ ਵੀ ਲਾਉਂਦਾ। ਫਿਰ ਉਸ ਤੋਂ ਬਾਅਦ ਫਰਕਸ਼ੀਅਰ ਦੇ ਸਮੇਂ 'ਚ ਉਹ ਵਪਾਰ ਦੀ ਇੰਨੀ ਕੁ ਖੁੱਲ੍ਹ ਲੈ ਲੈਂਦੇ ਨੇ ਕਿ ਉਦੋਂ ਬਾਅਦ ਉਹਨਾਂ ਦੀ ਸ਼ਕਤੀ ਨੂੰ ਰੋਕਣਾ ਔਖਾ ਹੋ ਜਾਂਦਾ ਗਾ। ਇਹ ਚੀਜ਼ਾਂ ਆਪਾਂ ਜਦੋਂ ਹਿਸਟਰੀ ਨੂੰ ਐਕਸਪਲੇਨ ਕਰਕੇ ਪੜਾਂਗੇ ਤਾਂ ਉਦੋਂ ਸਾਰੇ ਬਾਰੇ ਪੜਾਂਗੇ। ਇੱਥੇ ਮੈਂ ਇੱਕ ਓਵਰਵਿਊ ਦੇਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਵਾਸਕੋ ਡੀ ਗਾਮਾ ਤੋਂ ਵਿਦੇਸ਼ੀਆਂ ਦੀ ਸ਼ੁਰੂਆਤ ਹੁੰਦੀ ਹੈ, ਯੂਰਪੀਅਨਸ ਦੀ, ਤੇ ਉਹਨਾਂ ਦੇ ਵਿੱਚੋਂ ਬੜੇ ਸਾਰੇ ਵਿਦੇਸ਼ੀ ਆ ਜਾਂਦੇ ਨੇ। ਪਰ ਉਹਨਾਂ ਸਭ ਚੋਂ ਸ਼ਕਤੀਸ਼ਾਲੀ ਬਣ ਕੇ ਕੌਣ ਨਿਕਲਦਾ? ਬ੍ਰਿਟਿਸ਼ ਵਾਲੇ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੁਸੀਂ ਜਾਣਦੇ ਹੋ ਕਿ ਇਸੇ ਸਮੇਂ ਦੇ ਦੌਰਾਨ ਇੱਕ ਤਾਂ 1757 ਤੇ ਫਿਰ 1764 ਇਹਨਾਂ 2 ਸਾਲਾਂ ਦੇ ਵਿੱਚ ਉਹ 2 ਮਹੱਤਵਪੂਰਨ ਲੜਾਈਆਂ ਲੜਦੇ ਨੇ। ਇੱਕ ਪਲਾਸੀ ਦੀ ਲੜਾਈ ਤੇ ਇੱਕ ਬਕਸਰ ਦੀ ਲੜਾਈ। ਤੇ ਇਸ ਲੜਾਈ ਦੇ ਵਿੱਚ ਉਹ ਜਿੱਤ ਪ੍ਰਾਪਤ ਕਰਦੇ ਨੇ, ਜਿੱਥੋਂ ਉਹਨਾਂ ਦੇ ਰਾਜ ਦੀ ਨੀਂਹ ਬੰਗਾਲ ਤੋਂ ਸ਼ੁਰੂ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਫੈਲਦੇ ਜਾਂਦੇ ਨੇ। ਤਾਂ ਅਲਟੀਮੇਟਲੀ ਜਿਹੜਾ ਇਹਨਾਂ ਯੂਰਪੀਅਨਸ ਦਾ ਰਾਜ ਆ ਉਸ ਨੂੰ ਅਸੀਂ ਕਹਿੰਦੇ ਆਂਗੇ ਮਾਡਰਨ ਇੰਡੀਆ ਦੀ ਹਿਸਟਰੀ। ਜੇ ਇੱਥੇ ਮੈਂ ਹੋਰ ਸਵਾਲ ਕਰਾਂ ਕਿ ਸਭ ਤੋਂ ਲੰਮਾ ਸਮਾਂ ਕਿਹੜੀ ਵਿਦੇਸ਼ੀ ਤਾਕਤ ਆ ਯੂਰਪੀਅਨ ਜਿਹੜੇ ਇੱਥੇ ਜਿਨ੍ਹਾਂ ਨੇ ਰਾਜ ਕੀਤਾ, ਤਾਂ ਉਹ ਅੰਗਰੇਜ਼ ਨਹੀਂ ਹੈਗੇ, ਉਹ ਜਿਹੜੇ ਹੈਗੇ ਪੁਰਤਗਾਲੀ ਨੇ ਜੀ। 1962 ਤੱਕ ਗੋਆ 'ਚ ਰਹੇ ਨੇ ਇਹ। ਫਿਰ ਉਸ ਤੋਂ ਬਾਅਦ ਇੰਡੀਅਨ ਸੈਨਾ ਨੇ ਇੱਕ ਆਰਮੀ ਆਪਰੇਸ਼ਨ ਕਰਕੇ ਉਹਨਾਂ ਨੂੰ ਇੱਥੋਂ ਖਦੇੜਿਆ ਸੀ। ਇਹ ਚੀਜ਼ ਆਪਾਂ ਅੱਗੇ ਕਲੀਅਰ ਕਰਾਂਗੇ। ਤਾਂ ਇੱਥੇ ਮੈਂ ਸਮਝਾਉਣ ਦੀ ਕੀ ਕੋਸ਼ਿਸ਼ ਕੀਤੀ ਆ ਕਿ ਇੰਡੀਅਨ ਹਿਸਟਰੀ ਨੂੰ ਜਦੋਂ ਅਸੀਂ ਪੜ੍ਹਨਾ ਤਾਂ ਇਹਨੂੰ ਤਿੰਨ ਪਾਰਟਸ ਦੇ ਵਿੱਚ ਵੰਡਿਆ ਹੋਇਆ ਜੀ। ਏਂਸ਼ੀਅੰਟ ਇੰਡੀਅਨ ਹਿਸਟਰੀ, ਮੈਡੀਵਲ ਹਿਸਟਰੀ ਤੇ ਮਾਡਰਨ ਹਿਸਟਰੀ। ਏਂਸ਼ੀਅੰਟ ਇੰਡੀਅਨ ਹਿਸਟਰੀ ਨੂੰ ਅਸੀਂ ਅਨਨੋਨ ਤੋਂ 712 ਦਾ ਸਮਾਂ ਕਹਿੰਦੇ ਹਾਂ ਜੀ। ਮੈਡੀਵਲ ਇੰਡੀਅਨ ਹਿਸਟਰੀ ਨੂੰ ਅਸੀਂ 713 ਤੋਂ 1707 ਦਾ ਸਮਾਂ ਕਹਿੰਦੇ ਹਾਂ ਜੀ। ਮਾਡਰਨ ਹਿਸਟਰੀ ਨੂੰ ਅਸੀਂ 1708 ਤੋਂ 1947 ਦਾ ਸਮਾਂ ਕਹਿੰਦੇ ਹਾਂ। ਪਰ ਇਹ ਵੰਡ ਹੋਈ ਕਿਵੇਂ? ਜਿਹੜਾ ਏਂਸ਼ੀਅੰਟ ਹਿਸਟਰੀ ਆ ਇਹਦੇ 'ਚ ਜਿਹੜਾ ਇਹ ਸਮਾਂ ਵਕਫਾ, ਇਹਦੇ ਵਿੱਚ ਜੇ ਅਸੀਂ 2 ਵਿਦੇਸ਼ੀ ਹਮਲਾਵਰਾਂ ਨੂੰ ਛੱਡ ਦਈਏ, ਸਿਕੰਦਰ ਦੇ ਹਮਲੇ ਨੂੰ ਤੇ ਡੇਰੀਅਸ ਦੇ ਹਮਲੇ ਨੂੰ, ਤਾਂ ਬਾਕੀ ਸਮਾਂ ਇਸ ਮਹਾਦੀਪ ਦੇ ਉੱਪਰ ਸਾਡਾ ਆਪ ਦਾ ਰਾਜ, ਆਪ ਦਾ ਅਧਿਕਾਰ ਰਿਹਾ। ਸਾਡੇ ਆਪ ਦੇ ਬੜੇ ਸਾਰੇ ਇਸ਼ੂ ਸੀ ਪਰ ਬਹੁਤੇ ਹਿੱਸੇ ਤੇ ਅਸੀਂ ਆਪ ਦਾ ਹੀ ਰਾਜ ਕੀਤਾ। ਠੀਕ ਹੈ ਜੀ। ਇੰਡੀਅਨਸ ਦਾ ਸਿਸਟਮ ਸੀ ਤਾਂ ਉਹਨੂੰ ਅਸੀਂ ਏਂਸ਼ੀਅੰਟ ਹਿਸਟਰੀ ਕਿਹਾ। ਇਹਦੇ ਵਿੱਚ ਬੜਾ ਸਾਰਾ ਟਾਈਮ ਆਉਂਦਾ। ਇਸ ਦੇ ਵਿੱਚ ਜੇ ਤੁਸੀਂ ਗੱਲ ਕਰੋਗੇ ਸਟੋਨ ਏਜ ਤੋਂ ਸ਼ੁਰੂਆਤ ਹੁੰਦੀ ਆ। ਸਟੋਨ ਏਜ ਤੋਂ ਬਾਅਦ ਇੰਡਸ ਵੈਲੀ, ਫਿਰ ਵੈਦਿਕ, ਫਿਰ ਮੌਰੀਅਨਸ, ਫਿਰ ਗੁਪਤਾਜ਼, ਫਿਰ ਕਨਿਸ਼ਕ ਵਰਗੇ ਵਿੱਚ ਆਉਂਦੇ ਨੇ, ਫਿਰ ਹਰਸ਼ਵਰਧਨ, ਇਹ ਸਾਰੇ ਲੋਕ ਆਉਂਦੇ ਨੇ। ਫਿਰ ਉਸ ਤੋਂ ਬਾਅਦ 712 ਦੇ ਵਿੱਚ ਕੀ ਵਾਪਰਦਾ ਕਿ ਇੱਕ ਐਸਾ ਹਮਲਾ ਹੁੰਦਾ ਜਿਹੜਾ ਮੁਹੰਮਦ ਬਿਨ ਕਾਸਿਮ ਨੇ ਕੀਤਾ, ਜਿਹੜਾ ਮੁਸਲਿਮ ਹਮਲਾਵਰ ਸੀਗਾ। ਉਸ ਹਮਲੇ ਨਾਲ ਇੱਥੇ ਸਮਾਂ ਹੀ ਬਦਲ ਜਾਂਦਾ। ਸਾਡੇ ਇਤਿਹਾਸਕਾਰਾਂ ਨੇ ਇਸ ਇੰਪੈਕਟ ਨੂੰ ਸਮਝਿਆ ਤੇ ਉਹਨਾਂ ਨੇ ਇਹਨੂੰ ਨਾਮ ਦਿੱਤਾ ਮੈਡੀਵਲ ਹਿਸਟਰੀ ਦਾ। ਤਾਂ ਮੈਡੀਵਲ ਹਿਸਟਰੀ ਦੇ ਵਿੱਚ ਕੀ ਆ ਜੀ? ਜਦੋਂ ਸਾਡੇ ਤੇ ਵਿਦੇਸ਼ੀ ਧਰਤੀ ਦੇ ਇਸ ਹਿੱਸੇ ਤੋਂ ਹਮਲਾ ਕਰ, ਸਿਰਫ ਇਸ ਹਿੱਸੇ ਤੋਂ ਹੀ ਹਮਲਾ ਹੋਇਆ। ਖੈਂਬਰ ਦਰਾ ਬਹੁਤ ਮਸ਼ਹੂਰ ਰਿਹਾ ਉਸ ਚੀਜ਼ ਦੇ ਵਿੱਚ। ਇਸ ਹਿੱਸੇ ਤੋਂ ਸਾਡੇ ਤੇ ਹਮਲਾ ਕਰਦੇ ਨੇ, ਮੁਸਲਿਮ ਹਮਲਾਵਰ ਇੱਥੇ ਆਏ, ਉਹਨਾਂ ਨੇ ਸਾਡੇ ਤੇ ਇੱਥੇ ਰਾਜ ਕੀਤਾ ਬੜਾ ਲੰਮਾ ਸਮਾਂ। ਉਸ ਨੂੰ ਅਸੀਂ ਮੈਡੀਵਲ ਹਿਸਟਰੀ ਕਹਿ ਦਿੰਦੇ ਹਾਂ। ਇਹ ਰਾਜ ਜਿਹੜਾ ਹੈਗਾ 1707 ਤੱਕ ਰਿਹਾ। 1707 ਚ ਔਰੰਗਜ਼ੇਬ ਦੀ ਹੋ ਜਾਂਦੀ ਹੈ ਡੈਥ। ਉਦੋਂ ਬਾਅਦ ਮੁਗਲ ਰਾਜ ਆ ਜਿਹੜਾ ਉਹ ਡਾਊਨਫਾਲ ਆ ਜਾਂਦਾ ਉਹਦੇ 'ਚ। ਇਸ ਸਮੇਂ ਦੇ ਇੱਕ ਨਵੀਆਂ ਸ਼ਕਤੀਆਂ ਇੱਥੇ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਯੂਰਪੀਅਨ ਸ਼ਕਤੀਆਂ ਕਹਿੰਦੇ ਹਾਂ। ਕੰਪਨੀਆਂ ਦੇ ਰੂਪ 'ਚ, ਵਪਾਰ ਕਰਨ ਦੇ ਰੂਪ 'ਚ ਉਹ ਇੱਥੇ ਆਉਂਦੇ ਨੇ। ਤੇ ਉਹ ਕਿੱਥੋਂ ਆਉਂਦੇ ਨੇ? ਸਮੁੰਦਰੀ ਇਲਾਕਿਆਂ ਤੋਂ ਆਉਂਦੇ ਨੇ, ਹਨਾ। ਜਦੋਂ ਸਾਡੇ ਤੇ ਸਮੁੰਦਰੀ ਇਲਾਕੇ ਤੋਂ ਹਮਲੇ ਹੁੰਦੇ ਨੇ ਉਹਨੂੰ ਅਸੀਂ ਮਾਡਰਨ ਹਿਸਟਰੀ ਦਾ ਨਾਮ ਦਿੱਤਾ। ਇਹਦੇ 'ਚ ਪੁਰਤਗਾਲੀ ਸਭ ਤੋਂ ਪਹਿਲਾਂ ਆਏ ਤੇ ਸਭ ਤੋਂ ਲੇਟ ਵੀ ਗਏ। ਇਹਦੇ ਤੋਂ ਬਿਨਾਂ ਪਰ ਬਾਕੀ ਆਏ ਬਹੁਤਿਆਂ ਚੋਂ ਜਿਹੜੇ ਹੈਗੇ ਸਭ ਤੋਂ ਇੱਕ ਪ੍ਰਮੁੱਖ ਸ਼ਕਤੀ ਬਣ ਕੇ ਉੱਭਰੇ ਉਹ ਸੀਗੇ ਬ੍ਰਿਟਿਸ਼ ਲੋਕ।
ਬ੍ਰਿਟਿਸ਼ ਲੋਕਾਂ ਨੇ ਇੱਥੇ ਪਲਾਸੀ ਤੇ ਬਕਸਰ ਦੀ ਲੜਾਈ ਜਿੱਤੀ, ਪੱਕੇ ਪੈਰੀ ਹੋ ਗਏ। ਫਿਰ ਉਸ ਤੋਂ ਬਾਅਦ ਉਹ ਫੈਲਦੇ ਪੂਰੇ ਹਿੰਦੁਸਤਾਨ ਦੇ ਵਿੱਚ ਫੈਲ ਗਏ। ਬਹੁਤੀਆਂ ਰਿਆਸਤਾਂ ਉਹਨਾਂ ਨੇ 1857 ਦੇ ਵਿਦਰੋਹ ਤੋਂ ਪਹਿਲਾਂ ਜਿਹੜਾ ਕਾਬੂ ਹੇਠ ਕਰ ਲਈਆਂ। ਤੇ ਜਿਵੇਂ ਪੰਜਾਬ ਵੱਡੀ ਇੱਕ ਰਾਸ਼ਟਰ ਸੀਗਾ, ਪੰਜਾਬ ਨੂੰ ਉਹਨਾਂ ਨੇ 1849 'ਚ ਹੀ ਕਾਬੂ ਕਰ ਲਿਆ ਸੀ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਇਸ ਦੇਸ਼ ਤੇ ਪੂਰੇ ਦੇ ਪੂਰੇ ਤੇ ਕਬਜ਼ਾ ਕਰ ਲਿਆ ਤੇ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਲਗਭਗ 200 ਸਾਲ ਇੱਥੇ ਰਾਜ ਕੀਤਾ। ਤਾਂ ਉਸ ਰਾਜ ਨੂੰ ਅਸੀਂ ਮਾਡਰਨ ਹਿਸਟਰੀ ਕਹਿੰਦੇ ਹਾਂ ਜੀ। ਇਹਦੇ 'ਚ ਬੜੀਆਂ ਸਾਰੀਆਂ ਗਤੀਵਿਧੀਆਂ ਆਉਂਦੀਆਂ ਨੇ। 57 ਦਾ ਵਿਦਰੋਹ ਆਉਂਦਾ, ਦੋਨੋਂ ਲੜਾਈਆਂ ਆਉਂਦੀਆਂ ਨੇ, ਪਲਾਸੀ ਬਕਸਰ ਦੀ। ਫਿਰ ਨੈਸ਼ਨਲ ਮੂਵਮੈਂਟ ਆਉਂਦੀ ਆ ਜਿਸ ਦੇ ਵਿੱਚ ਕਾਂਗਰਸ ਦੀ ਭੂਮਿਕਾ ਨੂੰ ਅਸੀਂ ਦੇਖਦੇ ਹਾਂ। ਫਿਰ ਭਗਤ ਸਿੰਘ ਐਰਾ ਵਗੈਰਾ ਬਹੁਤ ਸਾਰੇ ਜਿਹੜੇ ਹੈਗੇ ਸਾਡੇ ਪ੍ਰਮੁੱਖ ਇਤਿਹਾਸਕਾਰ ਨੇ, ਕ੍ਰਾਂਤੀਕਾਰੀ ਨੇ, ਉਹ ਇੱਥੇ ਆਉਂਦੇ ਨੇ ਤੇ ਜਿਨ੍ਹਾਂ ਦੀ ਹਿਸਟਰੀ ਬਾਰੇ ਅਸੀਂ ਪੜ੍ਹਾਂਗੇ। ਇੱਥੋਂ ਤੱਕ ਕਿਸੇ ਦਾ ਕੋਈ ਵੀ ਸਵਾਲ ਹੋਵੇ ਤਾਂ ਪਲੀਜ਼ ਤੁਸੀਂ ਕਰ ਸਕਦੇ ਹੋ। ਫਿਰ ਆਪਾਂ ਇਹਨੂੰ ਅੱਗੇ ਚੱਲਦੇ ਹਾਂ ਜੀ ਇੱਥੋਂ। ਠੀਕ ਹੈ ਜੀ, ਚਲੋ ਜੀ। ਤਾਂ ਅੱਗੇ ਹੈ ਜੀ, ਹੁਣ ਅਸੀਂ ਸ਼ੁਰੂਆਤ ਕਿੱਥੋਂ ਕਰਨੀ ਆ? ਐਂਸ਼ੀਐਂਟ ਹਿਸਟਰੀ ਤੋਂ ਅਸੀਂ ਸ਼ੁਰੂਆਤ ਕਰਾਂਗੇ ਜੀ। ਪ੍ਰਾਚੀਨ ਭਾਰਤ ਦਾ ਇਤਿਹਾਸ। ਪ੍ਰਾਚੀਨ ਭਾਰਤ ਦਾ ਇਤਿਹਾਸ। ਐਂਸ਼ੀਐਂਟ ਹਿਸਟਰੀ ਦੇ ਵਿੱਚੋਂ ਜਿਹੜਾ ਸਾਡਾ ਪਹਿਲਾ ਕਨਸੈਪਟ ਆ ਉਹ ਤੁਸੀਂ ਜਾਣਦੇ ਹੋ ਕਿ ਪ੍ਰੀ ਹਿਸਟੋਰਿਕ ਪੀਰੀਅਡ ਦਾ ਇੱਕ ਕਨਸੈਪਟ ਆ। ਪ੍ਰੀ ਹਿਸਟੋਰਿਕ ਪੀਰੀਅਡ ਜਿਹਦੇ ਵਿੱਚ ਲੈਂਗੁਏਜ ਨਹੀਂ ਹੈਗੀ, ਸਾਡੇ ਸੋਰਸਸ ਹੋਰ ਤਰ੍ਹਾਂ ਦੇ ਹਨਾ। ਪ੍ਰੀ ਹਿਸਟੋਰਿਕ ਪੀਰੀਅਡ ਦਾ ਸਭ ਤੋਂ ਇੰਪੋਰਟੈਂਟ ਪਾਰਟ ਕਿਹੜਾ ਜੀ? ਸਟੋਨ ਏਜ। ਸਟੋਨ ਏਜ। ਸਟੋਨ ਏਜ ਬਹੁਤ ਇੱਕ ਇੰਪੋਰਟੈਂਟ ਪਾਰਟ ਹੈਗਾ ਸਾਡੇ ਹਿਸਟੋਰੀਕਲ ਪੁਆਇੰਟ ਆਫ ਵਿਊ ਤੋਂ ਦੇਖੀਏ। ਪਰ ਜੇ ਅਸੀਂ ਸਿਲੇਬਸ ਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ ਤਾਂ ਸਿਲੇਬਸ ਦੇ ਵਿੱਚ ਇਸ ਨੂੰ ਮੈਂਸ਼ਨ ਨਹੀਂ ਕੀਤਾ ਗਿਆ, ਪਰ ਫਿਰ ਵੀ ਕੁਝ ਨਾ ਕੁਝ ਕੁਐਸਚਨਸ ਇਹਦੇ ਚੋਂ ਆ ਜਾਂਦੇ ਨੇ ਇੱਕਾ ਦੁੱਕਾ। ਤਾਂ ਆਪਾਂ ਉਸ ਪੁਆਇੰਟ ਆਫ ਵਿਊ ਤੋਂ ਪੜਾਂਗੇ, ਇੱਕ ਓਵਰਆਲ ਵਿਜ਼ਨ ਲੈ ਕੇ, ਤਾਂ ਕਿ ਸਾਡਾ ਬੇਸ ਸਟਰੋਂਗ ਹੋਵੇ। ਫਿਰ ਉਸ ਤੋਂ ਬਾਅਦ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਤੇ ਅੱਗੇ ਨੂੰ ਪੜ੍ਹਦੇ ਜਾਵਾਂਗੇ। ਠੀਕ ਹੈ ਜੀ। ਸਟੋਨ ਏਜ ਨੂੰ ਵੀ ਬਈ 3 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ, ਜੇ ਅਸੀਂ ਸੌਖਿਆਂ ਸਮਝਣਾ ਤਾਂ। ਸਟੋਨ ਏਜ ਨੂੰ ਵੀ 3 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ। ਪਹਿਲਾ ਹੈਗਾ ਜੀ ਪੈਲੀਓਲਿਥਿਕ ਪੀਰੀਅਡ। ਪੈਲੀਓਲਿਥਿਕ ਪੀਰੀਅਡ ਇਹ ਸਮਾਂ ਜਿਹੜਾ ਤੁਸੀਂ ਮੰਨ ਕੇ ਚੱਲੋ ਕਿ ਸੌਖਿਆਂ ਸਮਝਣ ਲਈ ਅਨਨੋਨ ਟੂ 8000 BC ਦਾ ਸਮਾਂ। ਇਸ ਨੂੰ ਪੈਲੀਓਲਿਥਿਕ ਦਾ ਮਤਲਬ ਹੈਗਾ ਪੁਰਾਤਨ ਪੱਥਰ ਯੁੱਗ। ਪੈਲੀਓਲਿਥਿਕ ਦਾ ਮਤਲਬ ਆ ਪੁਰਾਤਨ ਪੱਥਰ ਯੁੱਗ। ਤਾਂ ਪੈਲੀਓਲਿਥਿਕ ਪੀਰੀਅਡ ਆ ਜਿਹੜਾ ਉਹ ਅਨਨੋਨ ਟੂ 8000 BC 8000 BC ਤੱਕ ਦਾ ਜਿਹੜਾ ਸਮਾਂ ਉਹਨੂੰ ਅਸੀਂ ਪੈਲੀਓਲਿਥਿਕ ਪੀਰੀਅਡ ਕਹਿੰਦੇ ਆ। ਤਾਂ ਇਸ ਪੱਥਰ ਯੁੱਗ ਦੇ ਵਿੱਚ ਕੀ ਖਾਸੀਅਤ ਆ? ਇਹ ਅਜੇ ਅਸੀਂ ਜਦੋਂ ਡਿਵੈਲਪ ਹੋ ਰਹੀ ਸੀ, ਤਾਂ ਜੇ ਮੈਂ ਤੁਹਾਨੂੰ ਇੱਥੇ ਇੱਕ ਸਵਾਲ ਕਰਾਂ ਕਿ ਇਸ ਦੁਨੀਆ ਤੇ ਇਨਸਾਨ ਦੀ ਆਮਦ ਦੇ ਸਭ ਤੋਂ ਪਹਿਲੇ ਅੰਸ਼ ਕਿੱਥੇ ਮਿਲਦੇ ਆ, ਤਾਂ ਤੁਸੀਂ ਜਾਣਦੇ ਹੋ ਕਿ ਸਾਊਥ ਅਫਰੀਕਾ ਦੇ ਵਿੱਚ ਮਿਲਦੇ ਆ। ਸਾਊਥ ਅਫਰੀਕਾ ਦੇ ਵਿੱਚ ਮੰਨਿਆ ਜਾਂਦਾ ਕਿ ਜਿਹੜੀ ਮਨੁੱਖ ਦੀ ਹੋਂਦ ਆ ਉਹ ਸਭ ਤੋਂ ਪੁਰਾਤਨ ਮਿਲੀ ਆ ਸਾਨੂੰ। ਫਿਰ ਉਹਦੇ ਤੋਂ ਬਿਨਾਂ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ, ਜਿਹੜਾ ਇਹ ਇਲਾਕਾ, ਉੱਥੇ ਸਾਨੂੰ ਮਨੁੱਖ ਦੀ ਪੁਰਾਤਨ ਹੋਂਦ ਮਿਲੀ ਹੈ। ਤਾਂ ਸਾਡੇ ਪੁਰਾਤਨ ਇੱਥੇ ਲੋਕਾਂ ਦੇ ਵਿੱਚੋਂ ਜਿਹੜਾ ਪ੍ਰਮੁੱਖ ਯੁੱਗ ਉਹ ਸਟੋਨ ਏਜ ਹੀ ਆ। ਪੁਰਾਣੇ ਤੋਂ ਪੁਰਾਣੇ ਜੇ ਅਸੀਂ ਹਿਸਟੋਰੀਕਲ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਸਟੋਨ ਏਜ ਤੋਂ ਪਹਿਲਾਂ ਸਾਡੇ ਕੋਲ ਕੋਈ ਯੁੱਗ ਨਹੀਂ ਹੈ ਫਿਲਹਾਲ। ਠੀਕ ਹੈ ਜੀ। ਤਾਂ ਸਟੋਨ ਏਜ ਦੀ ਗੱਲ ਕਰਦੇ ਹਾਂ ਤਾਂ ਸਟੋਨ ਏਜ ਨੂੰ ਅਸੀਂ 3 ਪਾਰਟਸ ਦੇ ਵਿੱਚ ਵੰਡ ਲਿਆ। ਪੈਲੀਓਲਿਥਿਕ ਪੀਰੀਅਡ, ਇੱਕ ਹੈਗਾ ਜੀ ਮੈਸੋਲਿਥਿਕ ਪੀਰੀਅਡ ਤੇ ਇੱਕ ਹੈਗਾ ਨਿਓਲਿਥਿਕ ਪੀਰੀਅਡ, ਪੁਰਾਤਨ ਪੱਥਰ ਯੁੱਗ। ਤਾਂ ਪੁਰਾਤਨ ਪੱਥਰ ਯੁੱਗ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਦੇ ਵਿੱਚ ਅਜੇ ਤੱਕ ਮਨੁੱਖ ਨੰਗਿਆਂ ਜਾਨਵਰਾਂ ਦੀ ਤਰ੍ਹਾਂ ਜੰਗਲਾਂ ਦੇ ਵਿੱਚ ਘੁੰਮਦਾ ਸੀ। ਠੀਕ ਹੈ ਜੀ। ਉਹਦੇ ਕੋਲੇ ਰਹਿਣ ਬਸੇਰਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੋਈ ਵੀ ਨਹੀਂ ਸੀ। ਉਹ ਇੱਕ ਜਿਵੇਂ ਜਾਨਵਰ ਘੁੰਮਦੇ ਨੇ ਉਸੇ ਤਰੀਕਾ ਉਹਦਾ ਰਹਿਣ ਬਸੇਰਾ ਸੀ। ਜੰਗਲ 'ਚ ਇੱਕ ਜਗ੍ਹਾ ਰਹਿੰਦਾ, ਖਾਣਾ ਖਾਂਦਾ, ਜਿਵੇਂ ਉੱਥੋਂ ਫੂਡ ਖਤਮ ਹੁੰਦਾ ਉਹ ਉੱਥੋਂ ਅਗਲੀ ਜਗ੍ਹਾ ਤੇ ਚੱਲ ਜਾਂਦਾ, ਉੱਥੇ ਉਸੇ ਤਰੀਕੇ ਨਾਲ ਉਹਦਾ ਜੀਵਨ ਨਿਰਵਾਹ ਹੁੰਦਾ। ਉਹ ਕੱਚੇ ਜਿਹੜੇ ਹੈਗੇ ਪੱਤੇ, ਕੱਚਾ ਮਾਸ ਸ਼ਿਕਾਰ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦਾ। ਪੁਰਾਤਨ ਪੱਥਰ ਯੁੱਗ ਦੇ ਵਿੱਚ ਜਿਹੜੇ ਮਨੁੱਖ ਕੋਲੇ ਔਜ਼ਾਰ ਸੀ, ਔਜ਼ਾਰ ਦਾ ਮਤਲਬ ਕਿ ਤੁਸੀਂ ਪੜ੍ਹੇ ਹੋਣਗੇ ਕਿ ਉਹਦੇ ਕੋਲੇ ਹਥੌੜੀ, ਕੁਹਾੜੀ, ਛੈਣੀ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ। ਉਹਨਾਂ ਦਾ ਆਕਾਰ ਵੱਡਾ ਸੀ। ਇਹ ਮਨੁੱਖ ਦੀ ਫਿਤਰਤ ਆ ਕਿ ਜਿਵੇਂ ਜਿਵੇਂ ਉਹ ਕਿਸੇ ਵੀ ਚੀਜ਼ ਦੇ ਵਿੱਚ ਸਕਿਲਡ ਹੁੰਦਾ ਉਹਦਾ ਸਾਈਜ਼ ਛੋਟਾ ਹੋ ਜਾਂਦਾ। ਸਾਡੇ ਫੋਨ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਨੇ। ਮੋਬਾਈਲ ਫੋਨ ਜਦੋਂ ਆਏ ਤਾਂ ਉਹਨਾਂ ਦਾ ਆਕਾਰ ਬੜਾ ਵੱਡਾ ਸੀ, ਪਰ ਜਿਵੇਂ ਜਿਵੇਂ ਮਨੁੱਖ ਇਹਦੇ 'ਚ ਸਕਿਲਡ, ਨਿਪੁੰਨ ਹੁੰਦਾ ਜਾਂਦਾ ਤਾਂ ਇਹਨਾਂ ਦੀ ਜਿਹੜੀ ਹੈਗੀ ਇਹਦੇ 'ਚ ਫੀਚਰਸ ਜ਼ਿਆਦਾ ਆ ਰਹੇ ਨੇ ਤੇ ਇਹਦਾ ਆਕਾਰ ਛੋਟਾ ਹੁੰਦਾ ਜਾਂਦਾ।
ਉਸੇ ਤਰੀਕੇ ਨਾਲ ਪੱਥਰ ਯੁੱਗ 'ਚ ਵੀ ਸੇਮ ਹੀ ਸੀ। ਜਿਹੜਾ ਪੁਰਾਤਨ ਪੱਥਰ ਯੁੱਗ ਆ ਉਸ ਦੇ ਵਿੱਚ ਨਾ ਮਨੁੱਖ ਕੋਲੇ ਘਰ ਸੀ, ਖੇਤੀ ਨਹੀਂ ਸੀ, ਕੋਈ ਪਾਲਤੂ ਜਾਨਵਰ ਨਹੀਂ ਸੀ, ਕੋਈ ਕੱਪੜੇ ਨਹੀਂ ਸੀ, ਕੋਈ ਰਹਿਣ ਬਸੇਰਾ ਨਹੀਂ ਸੀ। ਉਹ ਜਾਨਵਰਾਂ ਦੀ ਤਰ੍ਹਾਂ ਰਹਿੰਦਾ ਸੀ। ਜਾਨਵਰਾਂ ਦਾ ਸ਼ਿਕਾਰ ਕਰਨ ਲਈ ਉਹ ਪੱਥਰ ਦੇ ਵੱਡੇ ਵੱਡੇ ਔਜ਼ਾਰਾਂ ਦੀ ਵਰਤੋਂ ਕਰਦਾ ਸੀਗਾ, ਕੱਚਿਆ ਮਾंस ਖਾ ਲੈਂਦਾ ਸੀ। ਠੀਕ ਹੈ ਜੀ। ਤੇ ਇਸ ਤਰੀਕੇ ਨਾਲ ਉਹਦਾ ਜਿਹੜਾ ਹੈਗਾ ਜੀਵਨ ਨਿਰਵਾਹ ਹੁੰਦਾ ਰਹਿੰਦਾ ਸੀਗਾ। ਇਸ ਟਾਈਮ ਤੋਂ ਬਾਅਦ ਫਿਰ ਆਉਂਦਾ ਜੀ ਮੈਸੋਲਿਥਿਕ ਪੀਰੀਅਡ। ਮੈਸੋਲਿਥਿਕ ਪੀਰੀਅਡ, ਮੈਸੋਲਿਥਿਕ ਪੀਰੀਅਡ ਜਿਹੜਾ ਹੈਗਾ ਜੀ ਉਹ 8000 BC ਤੋਂ ਲੈ ਕੇ 8000 ਤੋਂ 4000 BC ਤੱਕ ਦਾ ਜਿਹੜਾ ਸਮਾਂ, ਉਹਨੂੰ ਅਸੀਂ ਮੈਸੋਲਿਥਿਕ ਪੀਰੀਅਡ ਬੋਲਦੇ ਹਾਂ। ਇਹਨੂੰ ਅਸੀਂ ਮੱਧਕਾਲੀਨ ਪੱਥਰ ਯੁੱਗ ਕਹਿੰਦੇ ਹਾਂ ਜੀ ਪੰਜਾਬੀ ਦੇ ਵਿੱਚ, ਮੱਧਕਾਲੀਨ ਪੱਥਰ ਯੁੱਗ। ਇਸ ਸਮੇਂ ਦੇ ਵਿੱਚ ਮਨੁੱਖ ਨੇ ਕੁਛ ਕੁ ਤਰੱਕੀ ਕੀਤੀ। ਸਭ ਤੋਂ ਵੱਡੀ ਤਰੱਕੀ ਕੀ ਹੈ ਜੀ ਕਿ ਇੱਕ ਜਗ੍ਹਾ ਹੈਗੀ ਹੈ ਚਾਈਨਾ ਦੇ ਵਿੱਚ, ਕਾਓਜੋਕੋਜੀਅਨ। ਦੁਨੀਆ ਦੇ ਵਿੱਚ ਅੱਗ ਦੇ ਸਭ ਤੋਂ ਪੁਰਾਤਨ ਪ੍ਰਮਾਣ ਕਾਓਜੋਕੋਜੀਅਨ ਚੀਨ ਦੇ ਵਿੱਚ ਮਿਲਦੇ ਨੇ ਜੀ। ਠੀਕ ਹੈ ਜੀ। ਕਾਓਜੋਕੋਜੀਅਨ ਚੀਨ ਦੇ ਵਿੱਚ ਮਿਲਦੇ ਨੇ। ਭਾਵੇਂ ਕਿ ਚੀਨ ਦੇ ਵਿੱਚ ਇੱਥੇ ਅੱਗ ਦੇ ਪ੍ਰਮਾਣ ਮਿਲਦੇ ਨੇ, ਮਨੁੱਖ ਨੂੰ ਅੱਗ ਦਾ ਅਹਿਸਾਸ ਤਾਂ ਹੋ ਗਿਆ ਪਰ ਉਹ ਕੰਟਰੋਲ ਕਰਨਾ ਨਹੀਂ ਸਿੱਖਿਆ, ਅੱਗ ਤੇ ਕੰਟਰੋਲ ਕਰਨਾ ਨਹੀਂ ਸਿੱਖਿਆ। ਤਾਂ ਆਹ ਸਮਾਂ ਇੱਕ ਐਸਾ ਸਮਾਂ ਸੀ ਜਿਸ ਦੇ ਵਿੱਚ ਮਨੁੱਖ ਨੇ ਅੱਗ ਨੂੰ ਜਿਹੜਾ ਹੈਗਾ ਉਹ ਕੰਟਰੋਲ ਕਰ ਲਿਆ ਜੀ। ਪ੍ਰਾਂਤਨ ਜਿਹੜੇ ਅੱਗ ਦੇ ਨਿਸ਼ਾਨ ਮਿਲਦੇ ਨੇ ਉਹ ਤਾਂ ਕਾਓਜੋਕੋਜੀਅਨ ਚੀਨ 'ਚ ਹੀ ਮਿਲਦੇ ਆ, ਪਰ ਉਸ ਸਮੇਂ ਕੰਟਰੋਲ ਨਹੀਂ ਸੀ, ਕਦੋਂ ਲਾਉਣਾ ਕਦੋਂ ਬੁਝਾਉਣਾ ਇਸ ਚੀਜ਼ ਬਾਰੇ ਨਹੀਂ ਪਤਾ ਸੀ ਮਨੁੱਖ ਨੂੰ। ਇਸ ਮੈਸੋਲਿਥਿਕ ਪੀਰੀਅਡ ਦੇ ਵਿੱਚ ਮਨੁੱਖ ਨੂੰ ਅੱਗ ਦਾ ਜਿਹੜਾ ਹੈਗਾ ਉਹਨੂੰ ਕੰਟਰੋਲ ਕਰਨਾ, ਉਹਦੀ ਸਹੀ ਵਰਤੋਂ ਦਾ ਪਤਾ ਲੱਗ ਗਿਆ। ਤਾਂ ਜਦੋਂ ਅੱਗ ਦੀ ਸਹੀ ਵਰਤੋਂ ਦਾ ਪਤਾ ਲੱਗ ਗਿਆ ਤਾਂ ਉਹਨੇ ਜਾਨਵਰਾਂ ਨੂੰ ਡਰਾਉਣਾ ਸ਼ੁਰੂ ਕਰਤਾ, ਖਾਣੇ ਨੂੰ ਪਕਾਉਣਾ ਸ਼ੁਰੂ ਕਰਤਾ। ਤਾਂ ਇਸ ਸਮੇਂ ਦੇ ਵਿੱਚ ਕੁਝ ਕੁ ਬਦਲਾਅ ਆਉਂਦੇ ਨੇ। ਬਦਲਾਅ ਕੀ ਨੇ ਜੀ? ਇੱਕ ਤਾਂ ਕਲਚਰ ਬਣਦਾ ਜੀ ਉਹਨਾਂ ਦਾ, ਸੱਭਿਆਚਾਰ। ਇਹਦਾ ਪਤਾ ਕਿੱਥੋਂ ਲੱਗਦਾ? ਜੋ ਸਾਨੂੰ ਕਬਰਾਂ ਮਿਲੀਆਂ ਨੇ ਸਟੋਨ ਏਜ ਨਾਲ, ਇਸ ਨਾਲ ਸੰਬੰਧਿਤ, ਉਹਨਾਂ ਕਬਰਾਂ ਦੇ ਵਿੱਚ ਕਿਤੇ ਕਬਰ ਦੇ ਨਾਲ ਕੁੱਤੇ ਨੂੰ ਦਫਨਾਇਆ ਗਿਆ, ਕਿਸੇ ਹੋਰ ਜਾਨਵਰ ਨੂੰ ਦਫਨਾਇਆ ਗਿਆ। ਤਾਂ ਇੱਥੋਂ ਪਤਾ ਲੱਗਦਾ ਕਿ ਉਹ ਕਲਚਰ ਦੇ ਨੇੜੇ ਸੀ, ਉਹਨਾਂ ਦੇ ਰੀਤੀ ਰਿਵਾਜ ਬਣਨੇ ਸ਼ੁਰੂ ਹੋ ਗਏ ਸੀ। ਜਦੋਂ ਕਲਚਰ ਬਣਨਾ ਸ਼ੁਰੂ ਹੋ ਗਿਆ ਤਾਂ ਹੌਲੀ ਹੌਲੀ ਸਿਵਲਾਈਜੇਸ਼ਨ ਵੱਲ ਨੂੰ ਉਹ ਵਧ ਰਹੇ ਸੀਗੇ। ਇਸੇ ਸਮੇਂ ਦੇ ਵਿੱਚ ਉਹਨਾਂ ਨੇ ਡੌਗ ਨੂੰ ਆਪਦਾ ਪਾਲਤੂ ਜਾਨਵਰ ਬਣਾਇਆ। ਹੁਣ ਉਹਨਾਂ ਕੋਲੇ ਪਾਲਤੂ ਜਾਨਵਰ ਵੀ ਸੀਗਾ ਹਨਾ, ਉਹਨਾਂ ਦੇ ਹੌਲੀ ਹੌਲੀ ਰੀਤੀ ਰਿਵਾਜ ਵੀ ਬਣ ਰਹੇ ਸੀ। ਅੱਗ ਤੇ ਉਹ ਖਾਣਾ ਪਕਾ ਕੇ ਖਾ ਰਹੇ ਨੇ ਜੀ। ਤਾਂ ਇੱਥੋਂ ਉਹ ਕੱਚਾ ਮਾंस ਵੀ ਖਾਣਾ ਬੰਦ ਕਰ ਗਏ। ਉਹਨਾਂ ਨੇ ਆਪਦੇ ਆਪ ਨੂੰ ਢਕਣਾ ਵੀ ਸ਼ੁਰੂ ਕਰ ਲਿਆ। ਇਸ ਯੁੱਗ ਨਾਲ ਸੰਬੰਧਿਤ, ਕਿਉਂਕਿ ਅਸੀਂ ਇਹਦੀ ਡੂੰਘਾਈ 'ਚ ਨਹੀਂ ਜਾਣਾ, ਸਾਡੇ ਸਿਲੇਬਸ ਦਾ ਹਿੱਸਾ ਨਹੀਂ, ਤਾਂ ਇਸ ਯੁੱਗ ਨਾਲ ਸੰਬੰਧਿਤ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਮਨੁੱਖ, ਜਦੋਂ ਉਹਨੂੰ ਅੱਗ ਦੀ ਖੋਜ ਹੁੰਦੀ ਹੈ ਤਾਂ ਉਹ ਆਪਦੇ ਰਹਿਣ ਬਸੇਰੇ ਘਾਹ ਫੂਸ ਦੇ ਵੀ ਬਣਾਉਣ ਲੱਗ ਜਾਂਦਾ ਗਾ, ਉਹ ਭੜਕਣਾ ਬੰਦ ਕਰ ਦਿੰਦਾ ਗਾ। ਠੀਕ ਹੈ ਜੀ। ਐਸੇ ਤਰੀਕੇ ਨਾਲ ਇਸ ਤੋਂ ਜਦੋਂ ਅੱਗੇ ਗੱਲ ਕਰਦੇ ਹਾਂ ਅਸੀਂ, ਜੇ ਇਹਨੂੰ ਆਪਾਂ ਸਾਰੇ ਨੂੰ ਕੰਪਲੀਟ ਕਰੀਏ ਤਾਂ ਅੱਗੇ ਆਉਂਦਾ ਜੀ ਨਿਓਲਿਥਿਕ ਪੀਰੀਅਡ। ਨਿਓਲਿਥਿਕ ਪੀਰੀਅਡ ਹੈਗਾ ਜੀ 4000 ਤੋਂ 2500 BC ਦਾ ਸਮਾਂ। 4000 ਤੋਂ 2500 BC ਦਾ ਸਮਾਂ, ਇਹਨੂੰ ਨਿਓਲਿਥਿਕ ਪੀਰੀਅਡ ਬੋਲਦੇ ਆ ਸੀ, ਨਵੀਨ ਪੱਥਰ ਯੁੱਗ। ਤਾਂ ਜਦੋਂ ਇਸ ਪੱਥਰ ਯੁੱਗ ਦੇ ਵਿੱਚ ਤਾਂ ਮਨੁੱਖ ਪੂਰੇ ਤਰੀਕੇ ਨਾਲ ਹੀ ਐਡਵਾਂਸ ਹੋ ਜਾਂਦਾ। ਉਹ ਆਪਦੇ ਘਰ ਬਣਾਉਣ ਲੱਗ ਜਾਂਦਾ। ਸਭ ਤੋਂ ਇੰਪੋਰਟੈਂਟ ਚੀਜ਼, ਉਹ ਖੇਤੀ ਕਰਨ ਲੱਗ ਜਾਂਦਾ। ਕਣਕ ਤੇ ਜੌਂ ਸਭ ਤੋਂ ਪੁਰਾਤਨ ਫਸਲਾਂ ਨੇ ਜਿਹੜੀਆਂ, ਉਹਨਾਂ ਨੂੰ ਉਗਾਉਣ ਲੱਗ ਜਾਂਦਾ ਹਨਾ। ਤਾਂ ਉਹਦੇ ਕੋਲੇ ਹੁਣ ਪਾਲਤੂ ਜਾਨਵਰ ਵੀ ਆ, ਕੱਪੜੇ ਵੀ ਆ, ਖੇਤੀ ਵੀ ਕਰਨ ਲੱਗ ਗਿਆ ਉਹ। ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਰਨ ਲੱਗ ਗਿਆ। ਤਾਂ ਉਹ ਇੱਕ ਤਰੀਕੇ ਨਾਲ ਸਿਵਲਾਈਜ਼ਡ ਹੋਣਾ ਸ਼ੁਰੂ ਹੋ ਗਿਆ। ਉਹ ਇੱਕ ਤਰੀਕੇ ਨਾਲ ਸਿਵਲਾਈਜੇਸ਼ਨ ਵੱਲ ਨੂੰ ਵਧ ਰਿਹਾ ਗਾ। ਠੀਕ ਹੈ ਜੀ। ਤਾਂ ਇਹ ਪੱਥਰ ਯੁੱਗ ਦੇ ਵਿੱਚ ਜੇ ਇਹਨੂੰ ਅਸੀਂ ਓਵਰਆਲ ਦੇਖਦੇ ਹਾਂ, ਜੇ ਇਸ ਚੀਜ਼ ਨੂੰ ਅਸੀਂ ਓਵਰਆਲ ਇਹਦਾ ਨਿਚੋੜ ਕੱਢੀਏ ਤਾਂ ਨਿਚੋੜ ਕੀ ਨਿਕਲਦਾ ਜੀ? ਜੇ ਸਟੋਨ ਏਜ ਨੂੰ ਅਸੀਂ ਐਟ ਦਾ ਐਂਡ ਪੁਆਇੰਟ ਦੇਖਦੇ ਹਾਂ ਕਿ ਸਟੋਨ ਏਜ ਅਨਨੋਨ ਤੋਂ 2500 BC ਤੱਕ ਦਾ ਸਮਾਂ, 2500 BC ਤੱਕ ਦਾ ਸਮਾਂ। ਇਸ ਸਮੇਂ ਦੇ ਵਿੱਚ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਨਿਕਲ ਕੇ ਆਉਂਦੀਆਂ ਨੇ ਸਾਡੇ ਕੋਲੇ?
ਜਿਵੇਂ ਕਿ ਇੰਪੋਰਟੈਂਟ ਚੀਜ਼ਾਂ ਦੇ ਵਿੱਚ ਦੇਖੀਏ ਅਸੀਂ ਅੱਗ ਦੀ ਖੋਜ ਬੜੀ ਇੰਪੋਰਟੈਂਟ ਆ, ਇਨਸਾਨੀਅਤ ਨੂੰ ਕਿੱਥੋਂ ਕਿੱਥੇ ਲਿਜਾਣ ਵਾਲੀ ਖੋਜ ਆ। ਠੀਕ ਹੈ ਜੀ, ਪਹੀਏ ਦੀ ਖੋਜ ਇਹ ਵੀ ਬਹੁਤ ਇੰਪੋਰਟੈਂਟ ਆ ਜੀ। ਠੀਕ ਹੈ ਜੀ, ਖੇਤੀ ਬਹੁਤ ਇੰਪੋਰਟੈਂਟ ਆ ਜੀ। ਘਰ, ਪਾਲਤੂ ਜਾਨਵਰਾਂ ਨੂੰ ਪਾਲਤੂ ਬਣਾਉਣਾ ਸਭ ਤੋਂ ਸ਼ੁਰੂਆਤੀ ਦੌਰ 'ਚ ਪਾਲਤੂ ਕਹਿੰਦੇ ਕੁੱਤੇ ਨੂੰ ਬਣਾਇਆ ਗਿਆ ਸੀ, ਉਸ ਤੋਂ ਬਾਅਦ ਹੌਲੀ ਹੌਲੀ ਅੱਗੇ ਵਧਿਆ ਗਿਆ। ਤੇ ਸਭ ਤੋਂ ਇੰਪੋਰਟੈਂਟ ਚੀਜ਼ ਜੀ ਫਸਲਾਂ। ਇਹ ਬੇਸਿਕਲੀ ਜੇ ਅਸੀਂ ਗੱਲ ਕਰੀਏ ਕਿ ਇਹ ਕੁਝ 6 ਪ੍ਰਮੁੱਖ ਐਸਪੈਕਟਸ ਨੇ ਜੋ ਪੱਥਰ ਯੁੱਗ ਦੇ ਵਿੱਚ ਸਾਹਮਣੇ ਨਿਕਲ ਕੇ, ਜਿਸ ਨੇ ਇਹਨਾਂ ਐਸਪੈਕਟਸ ਨੇ ਮਨੁੱਖ ਨੂੰ ਜਾਨਵਰਾਂ ਦੀ ਕੈਟਾਗਰੀ ਤੋਂ ਅਲੱਗ ਕਰਕੇ ਇਨਸਾਨ ਬਣਾਤਾ ਜੀ। ਇੱਕ ਤਰੀਕੇ ਨਾਲ ਅਸੀਂ ਦੇਖੀਏ, ਅੱਗ ਦੀ ਖੋਜ ਹੋਈ, ਪਹੀਏ ਦੀ ਖੋਜ ਹੋਈ, ਖੇਤੀ ਦੀ ਖੋਜ ਹੋਈ, ਘਰ ਬਣੇ, ਪਾਲਤੂ ਜਾਨਵਰ ਰੱਖਣ ਲੱਗ ਗਏ, ਤੇ ਫਸਲਾਂ ਤੁਸੀਂ ਜਾਣਦੇ ਹੋ ਕਣਕ ਤੇ ਜੌਂ ਸਭ ਤੋਂ ਸ਼ੁਰੂਆਤੀ ਜਾਂ ਮੁੱਢਲੀਆਂ ਫਸਲਾਂ ਸੀਗੀਆਂ ਹਨਾ। ਪਾਲਤੂ ਜਾਨਵਰ ਦੇ ਵਿੱਚ ਕੁੱਤੇ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਪਾਲਤੂ ਬਣਾਇਆ ਗਿਆ। ਫਿਰ ਘਰ ਆ ਜਿਹੜੇ ਉਹ ਪਹਿਲਾਂ ਘਾਹ ਫੂਸ ਤੋਂ ਸ਼ੁਰੂ ਹੋਇਆ, ਫਿਰ ਹੌਲੀ ਹੌਲੀ ਲੱਕੜ ਜਾਂ ਹੋਰ ਚੀਜ਼ਾਂ ਦੀ ਵਰਤੋਂ ਨਾਲ ਕੱਚੇ ਘਰ ਬਣਨੇ ਸ਼ੁਰੂ ਹੋ ਗਏ। ਫਿਰ ਖੇਤੀ, ਕਣਕ ਤੇ ਜੌਂ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਕਿ ਖੇਤੀ ਦੀ ਗੱਲ ਕਰਦੇ ਹਾਂ, ਫਿਰ ਅਸੀਂ ਪਹੀਏ ਦੀ ਖੋਜ ਦੀ ਗੱਲ ਕਰਦੇ ਹਾਂ, ਫਿਰ ਅਸੀਂ ਅੱਗ ਦੀ ਗੱਲ ਕਰਦੇ ਹਾਂ ਹਨਾ। ਇਸ ਨੂੰ ਤੁਸੀਂ ਇੱਕ ਹੀ ਲਿਖ ਸਕਦੇ ਹੋ। ਠੀਕ ਹੈ ਜੀ, ਤਾਂ ਫਿਰ ਅਸੀਂ ਜਿਹੜੀ ਹੈਗੀ ਆ ਅੱਗ ਦੀ ਖੋਜ ਦੀ ਗੱਲ ਕਰਦੇ ਹਾਂ। ਤਾਂ ਬੇਸਿਕਲੀ ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਨੇ ਸਾਨੂੰ ਸਿਵਲਾਈਜ਼ ਹੋਣ ਵੱਲ ਨੂੰ ਲੈ ਕੇ ਗਏ। ਤਾਂ ਸਟੋਨ ਏਜ 'ਚ ਜਦੋਂ ਅਸੀਂ ਜਾਨਵਰ ਤੋਂ ਇਨਸਾਨ ਬਣਨ ਦੇ ਪ੍ਰੋਸੈਸ 'ਚ ਜਾ ਰਹੇ ਹਾਂ, ਤਾਂ ਇਦੋਂ ਨੈਕਸਟ ਕਨਸੈਪਟ ਸਾਡੇ ਕੋਲੇ ਕੀ ਆਉਂਦਾ ਕਿ ਅਨਨੋਨ ਤੋਂ 2500 ਦਾ ਜਿਹੜਾ ਐਡਾ ਲੰਮਾ ਵਕਫਾ, ਉਹਦੇ ਵਿੱਚ ਅਸੀਂ ਆਹ ਖੋਜਾਂ ਪ੍ਰਮੁੱਖ ਰੂਪ 'ਚ ਕੀਤੀਆਂ। ਤੇ ਇਸ ਤੋਂ ਬਾਅਦ ਸਾਡੀ ਹਿਸਟਰੀ ਹੈ ਜਿਹੜੀ ਉਹਦੇ ਵਿੱਚ ਪਹਿਲੀ ਸਿਵਲਾਈਜੇਸ਼ਨ ਨਾਲ ਸਾਡੀ ਜਾਣ ਪਛਾਣ ਹੁੰਦੀ ਆ, ਜਿਸ ਨੂੰ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਬੋਲਦੇ। ਮਤਲਬ ਕਿ ਸਿੱਧੂ ਘਾਟੀ ਦੀ ਸਭਿਅਤਾ, ਜਿਹੜੀ ਕਿ 2500 ਤੋਂ 1750 BC ਦੀ ਸਭਿਅਤਾ ਜੀ। ਮਤਲਬ ਕਿ ਸਟੋਨ ਏਜ ਨੇ ਬੇਸ ਦਿੱਤਾ ਕਿ ਇੱਕ ਵੱਡੀ ਸਭਿਅਤਾ ਬਣੀ ਇੱਥੇ। ਠੀਕ ਹੈ ਜੀ, ਤਾਂ ਸਾਡਾ ਸਿਲੇਬਸ ਦੇ ਪੁਆਇੰਟ ਆਫ ਵਿਊ ਤੋਂ ਜੇ ਅਸੀਂ ਗੱਲ ਕਰੀਏ ਤਾਂ ਪਹਿਲਾ ਕਨਸੈਪਟ ਸਾਡਾ ਇੰਡਸ ਵੈਲੀ ਸਿਵਲਾਈਜੇਸ਼ਨ ਹੀ ਆ। ਪਰ ਉੱਥੋਂ ਤੱਕ ਇਨਸਾਨ ਪਹੁੰਚਿਆ ਕਿਵੇਂ, ਇਹ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਇਹ ਜਾਣਨਾ। ਠੀਕ ਹੈ ਜੀ, ਤਾਂ ਇਹ ਸਟੋਨ ਏਜ ਬਾਰੇ ਅਸੀਂ ਬਹੁਤ ਹੀ ਬੇਸਿਕ ਜੀ ਜਾਣਕਾਰੀ ਲੈਤੀ ਆ। ਕੋਈ ਇਹਦੇ 'ਚ ਕੋਈ ਬਹੁਤ ਜ਼ਿਆਦਾ ਨਹੀਂ ਅਸੀਂ ਪੜ੍ਹੇ। ਜਿਵੇਂ ਤੁਸੀਂ ਕੁਝ ਕੁ ਚੀਜ਼ਾਂ ਨੋਟ ਕਰ ਸਕਦੇ ਹੋ ਕਿ ਲਾਈਕ ਜੇ ਅਸੀਂ ਗੱਲ ਕਰੀਏ ਕਿ ਜਿਵੇਂ ਸਭ ਤੋਂ ਪਹਿਲਾਂ ਜੈਂਡਰ ਸਿਸਟਮ ਆ, ਜਿਹੜਾ ਜੈਂਡਰ ਬਾਈ ਸਿਸਟਮ, ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਭੀਮਬੇਟਕਾ ਦੀਆਂ ਗੁਫਾਵਾਂ ਨੇ ਜੀ। ਭੀਮਬੇਟਕਾ ਦੀਆਂ ਗੁਫਾਵਾਂ ਤੋਂ ਸਾਨੂੰ ਜੈਂਡਰ ਬਾਈ ਸਿਸਟਮ ਦਾ ਪਤਾ ਲੱਗਦਾ ਗਾ। ਮੇਨ ਸੋਰਸ ਆ ਉਹ ਸਟੋਨ ਏਜ ਦਾ ਭੀਮਬੇਟਕਾ ਦੀਆਂ ਗੁਫਾਵਾਂ, ਜਿੱਥੇ ਔਰਤ ਨੂੰ ਖਾਣਾ ਪਕਾਉਂਦੇ ਹੋਏ ਦਿਖਾਇਆ ਗਿਆ ਤੇ ਮਰਦ ਨੂੰ ਬਾਹਰ ਸ਼ਿਕਾਰ ਕਰਨ ਜਾਂਦੇ ਹੋਏ ਇਹਨੂੰ ਦਿਖਾਇਆ ਗਿਆ। ਤਾਂ ਇੱਥੇ ਜੈਂਡਰ ਬਾਈਸ ਦੀ ਪਹਿਲੀ ਉਦਾਹਰਨ ਮੰਨੀ ਜਾਂਦੀ ਹੈ ਇੰਡੀਅਨ ਕਲਚਰ ਦੇ ਵਿੱਚ। ਫਿਰ ਤੁਸੀਂ ਮੇਹਰਗੜ੍ਹ ਦੀ ਗੱਲ ਕਰ ਲਓ, ਕੋਹਿੜਵਾਲ ਦੀ ਗੱਲ ਕਰ ਲਓ, ਜਾਂ ਤੁਸੀਂ ਹੋਰ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਜਿਹੜੀਆਂ ਜਾਣਕਾਰੀਆਂ ਮਤਲਬ ਕਿ ਜਿਹੜੇ ਸੋਰਸਸ ਨੇ ਉਹਨਾਂ ਦੀ ਅਸੀਂ ਗੱਲ ਕਰ ਸਕਦੇ ਹਾਂ। ਪਰ ਉਹ ਸਾਡੇ ਸਿਲੇਬਸ ਦਾ ਹਿੱਸਾ ਨਹੀਂ, ਤਾਂ ਅਸੀਂ ਉਹਨਾਂ ਨੂੰ ਟੱਚ ਨਹੀਂ ਕਰਾਂਗੇ। ਅਸੀਂ ਮੋਟੀ ਇਹਦੇ ਬਾਰੇ ਜਾਣਕਾਰੀ ਲੈਤੀ ਆ ਤੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਤੇ ਪਹੁੰਚੇ ਕਿਵੇਂ। ਤਾਂ ਇਹਨਾਂ 2 ਲੈਕਚਰਸ ਦੇ ਵਿੱਚ ਅਸੀਂ ਕੀ ਗੱਲ ਕੀਤੀ। ਪਹਿਲੇ ਲੈਕਚਰ ਦੇ ਵਿੱਚ ਅਸੀਂ ਸਾਡੇ ਸਬਜੈਕਟ ਨਾਲ ਜਾਣ ਪਛਾਣ ਕੀਤੀ ਕਿ ਹਿਸਟਰੀ ਕੀ ਕਨਸੈਪਟ ਆ, ਕਿਵੇਂ ਇਹ ਬਣਿਆ, ਕਿਸ ਨੂੰ ਹਿਸਟਰੀ ਕਿਹਾ ਜਾਂਦਾ, ਕਿਹੜੇ ਬੇਸ ਤੇ ਇਸ ਨੂੰ ਪੜ੍ਹਿਆ ਜਾਂਦਾ, ਤੇ ਸਾਡੇ 2 ਪੇਪਰਸ ਨੂੰ ਮੁੱਖ ਰੱਖ ਕੇ ਕਿਹੜਾ ਸਿਲੇਬਸ ਆ ਸਾਡਾ। ਠੀਕ ਹੈ ਜੀ, ਅੱਜ ਫਿਰ ਉਹ ਸਿਲੇਬਸ ਦੇ ਪੁਆਇੰਟ ਆਫ ਵਿਊ ਤੋਂ ਜਦੋਂ ਅਸੀਂ ਇੰਡੀਅਨ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਅਸੀਂ ਇਹ ਪੜ੍ਹਿਆ ਕਿ ਇੰਡੀਅਨ ਹਿਸਟਰੀ ਨੂੰ ਸਮਝਣ ਲਈ ਜਿਹੜੇ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਉਹਨਾਂ ਦੀ ਵੰਡ ਦਾ ਆਧਾਰ ਕੀ ਆ, ਬੇਸ ਕੀ ਆ, ਅਸੀਂ ਉਹਦੇ ਬਾਰੇ ਗੱਲ ਕੀਤੀ। ਉਸ ਤੋਂ ਬਾਅਦ ਅਸੀਂ ਜਦੋਂ ਏਸ਼ੀਅੰਟ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਪਹਿਲਾ ਸਮਾਂ ਸਾਡੇ ਕੋਲੇ ਆਉਂਦਾ ਏਸ਼ੀਅੰਟ ਹਿਸਟਰੀ ਦੇ ਵਿੱਚ ਉਹ ਹੈਗਾ ਸਟੋਨ ਏਜ। ਤਾਂ ਸਟੋਨ ਏਜ ਦੇ ਵਿੱਚ ਕਿਹੜੀਆਂ ਇਨਸਾਨ ਨੇ ਪ੍ਰਮੁੱਖ ਗਤੀਵਿਧੀਆਂ ਕੀਤੀਆਂ, ਤਾਂ ਉਹ ਤੁਹਾਡੇ ਸਾਹਮਣੇ ਨੇ। ਆਪਾਂ ਉਹਦੀ ਗੱਲ ਕੀਤੀ। ਮੇਰੇ ਤੋਂ ਇੱਥੇ ਇੱਕ ਗੱਲ ਰਹੇਗੀ ਕਿ 2500 BC ਆ। ਇੱਥੇ ਇੱਕ ਹੋਰ ਚੀਜ਼ ਵੀ ਬਹੁਤ ਇੰਪੋਰਟੈਂਟ ਆ। ਲਗਭਗ ਮੰਨਿਆ ਜਾਂਦਾ ਕਿ 300 BC 3000 BC ਦੇ ਲਗਭਗ ਤਾਂਬੇ ਦੀ ਖੋਜ ਵੀ ਹੋ ਜਾਂਦੀ ਹੈ। ਠੀਕ ਹੈ ਜੀ, ਤਾਂਬੇ ਦੀ ਖੋਜ ਵੀ ਹੋ ਜਾਂਦੀ ਹੈ।
3000 BC ਦੇ ਲਗਭਗ। ਤਾਂ ਇੱਥੇ ਇੱਕ ਮਨੁੱਖ ਨੂੰ ਧਾਤ ਵੀ ਮਿਲ ਜਾਂਦੀ ਹੈ, ਜਿਹੜੀ ਧਾਤ ਦੇ ਬੇਸ ਤੇ ਉਹ ਅੱਗੇ ਬਹੁਤ ਤਰੱਕੀ ਕਰਦਾ ਤੇ ਉਹ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਐਂਟਰ ਕਰ ਜਾਂਦਾ ਹੈ। ਠੀਕ ਹੈ ਜੀ। ਤਾਂ ਕੱਲ ਦੇ ਲੈਕਚਰ ਦੇ ਵਿੱਚ ਅਸੀਂ ਪੜਾਂਗੇ ਇੰਡਸ ਵੈਲੀ ਸਿਵਲਾਈਜੇਸ਼ਨ, ਜੋ ਸਾਡੇ ਸਿਲੇਬਸ ਦਾ ਪਹਿਲਾ ਇੰਪੋਰਟੈਂਟ ਕਨਸੈਪਟ ਆ ਤੇ ਬਹੁਤ ਇੰਪੋਰਟੈਂਟ ਕਨਸੈਪਟ ਆ, ਕਈ ਪੱਖਾਂ ਤੋਂ ਇਹ ਇੰਪੋਰਟੈਂਟ ਆ। ਤਾਂ ਅੱਜ ਲਈ ਇੰਨਾ ਕਾਫੀ ਹੈ ਜੀ, ਬਾਕੀ ਆਪਾਂ ਕੱਲ ਦੀ ਕਲਾਸ 'ਚ ਮਿਲਦੇ ਹਾਂ। ਆਸ ਕਰਦੇ ਹਾਂ ਕਿ ਤੁਹਾਨੂੰ ਜਿਹੜਾ ਇਹ ਕਨਸੈਪਟ ਆ, ਬੇਸਿਕ ਜਾਣਕਾਰੀ ਹੈ, ਇੱਕ ਨੀਂਹ ਆ ਤੁਹਾਡੀ ਹਿਸਟਰੀ ਨੂੰ ਲੈ ਕੇ, ਉਹ ਮਜ਼ਬੂਤ ਹੋਊਗੀ ਇਹਦੇ ਨਾਲ। ਤੇ ਫਿਰ ਇਸ ਤੋਂ ਬਾਅਦ ਅਸੀਂ ਇਹਦੇ ਤੇ ਜਿਹੜੀ ਹੈਗੀ ਆਪਦੀ ਉਸਾਰੀ ਕਰਾਂਗੇ, ਅੱਗੇ ਆਪਦੇ ਸਬਜੈਕਟ 'ਚ ਸਟਰੋਂਗ ਹੋਵਾਂਗੇ ਅਸੀਂ। ਅੱਜ ਲਈ ਇੰਨਾ ਕਾਫੀ ਹੈ ਜੀ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ।